ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਸਾਂਝੀ ਕਰਨੀ ਹੈ ਕਿ ਕੈਨੇਡਾ ਦੇ ਕਿਹੜੇ ਸ਼ਹਿਰ ਦੇ ਵਿੱਚ ਘਰਾਂ ਦੇ ਕਿਰਾਏ ਕਿੰਨੇ ਆ। ਘਰਾਂ ਦੇ ਕਿਰਾਇਆਂ ਬਾਰੇ ਆਮ ਹੀ ਗੱਲਬਾਤ ਹੁੰਦੀ ਰਹਿੰਦੀ ਆ। ਆਪਾਂ ਇੱਕ ਸ਼ਹਿਰ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਦੂਜੀ ਗੱਲਬਾਤ ਅੱਜ ਕਰਨੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜਿਹੜੀ ਲੰਡਨ ਫੇਰੀ ਸੀ, ਜਦੋਂ ਕੁਈਨ ਦੀ ਮੌਤ ਹੋਈ ਸੀ, ਉਹਦੇ ਫਿਊਨਲ ਦੇ ਉੱਤੇ ਗਏ ਸੀ, ਉਹਦਾ ਖਰਚਾ ਹਜੇ ਵੀ ਚਰਚੇ 'ਚ ਬਣਿਆ ਵੀ ਇੰਨਾ ਖਰਚਾ ਕੀਤਾ ਕਿੱਥੇ ਸੀ। ਤੀਜੀ ਗੱਲਬਾਤ ਮਹਿੰਗਾਈ ਦੇ ਬਾਰੇ ਆ। ਲੋਬਲਾ ਇੱਕ ਬਹੁਤ ਵੱਡੀ ਕੰਪਨੀ, ਉਹਨੇ ਕੁਛ ਗੱਲਾਂ ਬਾਤਾਂ ਦੱਸੀਆਂ ਵੀ ਆਉਣ ਵਾਲੇ ਸਮੇਂ 'ਚ ਲੱਗਦਾ ਨਹੀਂ ਮਹਿੰਗਾਈ ਘਟੂਗੀ, ਕਈ ਤੁਸੀਂ ਜੋ ਮਰਜ਼ੀ ਜਾਓ। ਚੌਥੀ ਗੱਲਬਾਤ ਸਰੀ ਦੇ ਹਸਪਤਾਲ ਦੀ ਕਰਨੀ ਆ। ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਕਹਿੰਦੇ ਸੇਵਾਵਾਂ ਤਸੱਲੀ ਬਖਸ਼ ਨਹੀਂ ਆ। ਪੰਜਵੀਂ ਗੱਲਬਾਤ ਆਪਾਂ ਵੈਨਕੂਵਰ ਦੇ ਵਿੱਚ ਕ੍ਰਾਈਮ ਬਾਰੇ ਗੱਲਬਾਤ ਕਰਨੀ ਹੈ, ਕ੍ਰਾਈਮ ਵਧਿਆ। ਅਤੇ ਛੇਵੀਂ ਗੱਲਬਾਤ ਜਰਮਨ ਦੀ ਇੱਕ ਸੱਜੇ ਪੱਖੀ ਆਗੂ ਦੇ ਨਾਲ ਕੰਜ਼ਰਵੇਟਿਵ ਪਾਰਟੀ ਦੇ ਲੀਡਰਾਂ ਦੀ ਮੀਟਿੰਗ ਹੋਈ ਹੈ, ਜਿਹਦੀ ਹੁਣ ਨਿੰਦਾ ਹੋ ਰਹੀ ਆ। ਅਤੇ ਮੌਰਗੇਜ ਫਰੋਡ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ। ਅਤੇ ਇੱਕ ਗੱਲਬਾਤ ਕਰਨੀ ਹੈ ਕਿ ਇਰਾਨ ਤੋਂ ਜਿਹੜੇ ਕੈਨੇਡਾ ਆ ਰਹੇ ਉਹਨਾਂ ਨੂੰ ਸੌਖ ਦਿੱਤੀ ਜਾ ਰਹੀ ਹੈ ਕਿ ਜਲਦੀ ਇੱਥੇ ਆ ਜਾਣ। ਅਤੇ ਟਿਕਟੋਕ ਬਾਰੇ ਵੀ ਚਰਚਾ ਚੱਲ ਰਹੀ ਹੈ ਵੀ ਕੀ ਟਿਕਟੋਕ ਕੈਨੇਡਾ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬੈਨ ਹੋ ਜੂਗੀ ਜਾਂ ਚੱਲਦੀ ਰਹੂ। ਪਹਿਲੀ ਗੱਲਬਾਤ ਕੈਨੇਡਾ ਦੇ ਵਿੱਚ ਘਰਾਂ ਦੇ ਕਿਰਾਇਆਂ ਬਾਰੇ। ਜਨਵਰੀ ਦੇ ਵਿੱਚ ਥੋੜ੍ਹੇ ਜਿਹੇ ਕਿਰਾਏ ਦੱਸਦੇ ਆ ਘਰਾਂ ਦੇ ਕੈਨੇਡਾ ਦੇ ਕਈ ਥਾਵਾਂ ਦੇ ਉੱਤੇ ਘਟੇ ਆ ਦਸੰਬਰ ਦਾ ਜੇਕਰ ਮੁਕਾਬਲਾ ਕੀਤਾ ਜਾਵੇ ਤਾਂ ਉਹਦੇ ਨਾਲ, ਪਰ ਇੰਨੇ ਜ਼ਿਆਦਾ ਨਹੀਂ ਘਟੇ ਕਿ ਉਹਦਾ ਕੋਈ ਬਹੁਤ ਵੱਡਾ ਫਰਕ ਪਊਗਾ। ਇੱਕ ਜਿਹੜੀ ਰਿਸਰਚ ਰੀਸੈਂਟਲੀ ਰਿਲੀਜ਼ ਹੋਈ ਆ rentals.ca ਦੇ ਉੱਤੇ। rentals.ca ਬਹੁਤ ਪ੍ਰਸਿੱਧ ਇੱਕ ਵੈਬਸਾਈਟਸ ਆ। ਉਸ ਵੈਬਸਾਈਟ ਨੇ ਇੱਕ ਰਿਸਰਚ ਰਿਲੀਜ਼ ਕੀਤੀ ਹੈ ਜਿਹੜੀ ਇਹ ਦੱਸਦੀ ਹੈ ਕਿ ਐਵਰੇਜ ਰੈਂਟ ਹਰ ਇੱਕ ਪ੍ਰੋਪਰਟੀ ਟਾਈਪ ਕੈਨੇਡਾ ਦੇ ਵਿੱਚ 0.5% ਘਟਿਆ ਆ, ਮਤਲਬ ਘਟ ਕੇ $1996 ਦੇ ਉੱਤੇ ਆ ਗਿਆ ਜਨਵਰੀ ਦੇ ਵਿੱਚ, ਜਿਹੜਾ ਕਿ $2000 ਸੀ ਦਸੰਬਰ ਦੇ ਵਿੱਚ। ਸੋ 2000 ਤੋਂ ਘਟ ਕੇ 1996 ਹੋ ਜਾਣਾ ਕੋਈ ਘਾਟਾ ਤਾਂ ਨਹੀਂ ਐਡਾ, ਪਰ ਘਾਟਾ ਤਾਂ ਘਾਟਾ ਹੀ ਹੈ। ਘਟੀ ਤਾਂ ਹੈ, ਘੱਟੋ ਘੱਟ ਵਧੀ ਤਾਂ ਨਹੀਂ, ਜਾਂ ਬਹੁਤ ਵੱਡਾ ਵਾਧਾ ਤਾਂ ਨਹੀਂ ਹੋਇਆ। ਇਹ ਰਿਸਰਚ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਕਿਹੜੇ ਸ਼ਹਿਰ ਦੇ ਵਿੱਚ, ਕਿਉਂਕਿ ਰੈਂਟ ਦੇ ਉੱਤੇ ਕਈ ਤਰੀਕੇ ਨਾਲ ਰਿਹਾ ਜਾਂਦਾ। ਕੁਛ ਬੇਸਮੈਂਟਸ ਨੇ, ਕੁਛ ਥਾਵਾਂ ਦੇ ਉੱਤੇ ਕਿਤੇ ਅਪਾਰਟਮੈਂਟ ਆ, ਕਿਤੇ ਕੋਂਡੋ ਆ, ਕਿਤੇ ਕਿਸੇ ਤਰੀਕੇ ਦਾ ਆ। ਹੁਣ ਸਾਲ ਦਰ ਸਾਲ ਜੇਕਰ ਦੇਖਦੇ ਹਾਂ ਤਾਂ ਇਹ ਰੈਂਟ 10.7% ਜਨਵਰੀ ਦੇ ਵਿੱਚ ਵਧੇ ਆ। ਐਵਰੇਜ ਰੈਂਟ ਜਿਹੜਾ ਬਿਲਟ ਇਨ ਜਾਂ ਕੰਡੋਮੀਨੀਅਮ ਅਪਾਰਟਮੈਂਟ ਰੈਂਟਲ ਆ ਕੈਨੇਡਾ ਦੇ ਵਿੱਚ, ਉਹ 0.6% ਹਰ ਮਹੀਨੇ ਦੇ ਹਿਸਾਬ ਨਾਲ ਵਧੇ ਆ, ਅਤੇ 10.3 ਈਅਰ ਓਵਰ ਈਅਰ ਵਧੇ ਆ। ਅਤੇ ਇਸ ਵੇਲੇ $1923 ਐਵਰੇਜ ਰੈਂਟ ਦੱਸਿਆ ਜਾ ਰਿਹਾ, ਜਿਹੜੀ ਰਿਪੋਰਟ ਰਿਲੀਜ਼ ਕੀਤੀ ਗਈ ਆ ਅਤੇ ਜਿਹੜੀਆਂ ਵੈਬਸਾਈਟਸ ਦੇ ਉੱਤੇ ਲਿਸਟਿੰਗ ਸੀ ਉਹਦੇ ਹਿਸਾਬ ਨਾਲ। ਇੱਕ ਬੈਡਰੂਮ ਦਾ ਰੈਂਟਲ, ਜੇਕਰ ਜਿਹੜੀਆਂ ਲਿਸਟਡ ਰੈਂਟਲ ਰੇਟ ਹੈਗੇ ਆ ਇੱਕ ਬੈਡਰੂਮ ਦੇ ਲਈ, ਉਹਨਾਂ ਦੇ ਵਿੱਚ 0.1% ਸਾਲ ਦਰ ਸਾਲ ਵਾਧਾ ਹੋਇਆ। ਅਤੇ ਇੱਕ ਬੈਡਰੂਮ ਦਾ ਐਵਰੇਜ ਰੈਂਟ ਇਸ ਵੇਲੇ $1739 ਆ, ਜਿਹੜਾ ਕਿ ਸਭ ਤੋਂ ਵੱਡਾ ਵਾਧਾ ਪਿਛਲੇ ਸਾਲਾਂ ਦੇ ਵਿੱਚ ਦੱਸਿਆ ਜਾ ਰਿਹਾ। ਦੋ ਬੈਡਰੂਮ ਦਾ ਰੈਂਟਲ ਅਪਾਰਟਮੈਂਟ ਦੇ ਵਿੱਚ ਵਾਧਾ 9.9% ਦੱਸਿਆ ਜਾ ਰਿਹਾ, ਅਤੇ ਐਵਰੇਜ $2103 ਇਸ ਚੀਜ਼ ਦਾ ਹੈਗਾ ਆ। ਅਤੇ ਜਿਹੜੇ ਲੈਂਡਲੋਡ ਹੈਗੇ ਨੇ ਸਟੂਡੀਓਜ਼ ਦੇ, ਉਹਨਾਂ ਦੀ ਐਵਰੇਜ $1426 ਦੱਸੀ ਜਾ ਰਹੀ ਹੈ, ਅਤੇ ਜਿਹੜਾ 8% ਵਾਧਾ ਇਸ ਵੇਲੇ ਇਹ ਦੱਸਿਆ ਜਾ ਰਿਹਾ ਆ। ਇਸੇ ਤਰ੍ਹਾਂ ਜਦੋਂ ਇਹਨੂੰ ਡਾਟੇ ਨੂੰ ਬ੍ਰੇਕਡਾਊਨ ਕਰਕੇ ਦੇਖਦੇ ਹਾਂ ਅਸੀਂ ਵੱਖ-ਵੱਖ ਸਟੇਟਾਂ ਦੇ ਵਿੱਚ, ਪ੍ਰੋਵਿੰਸਸ ਦੇ ਵਿੱਚ, ਅਲਬਰਟਾ ਦੇ ਵਿੱਚ ਸਭ ਤੋਂ ਜ਼ਿਆਦਾ ਐਵਰੇਜ ਜਿਹੜੇ ਰੈਂਟ ਵਧੇ ਆ ਅਪਾਰਟਮੈਂਟ ਦੇ 14.6% ਵੱਧ ਕੇ, ਅਤੇ ਇਹ $1435 ਰੈਂਟ ਦੇ ਉੱਤੇ ਐਵਰੇਜ ਅਪਾਰਟਮੈਂਟ ਦਾ ਰੈਂਟ ਪਹੁੰਚ ਗਿਆ ਆ। ਜਿਹੜਾ 1 ਬੈਡਰੂਮ ਅਪਾਰਟਮੈਂਟ ਆ ਅਲਬਰਟਾ ਦੇ ਵਿੱਚ, ਹੁਣ ਜਦੋਂ ਅਸੀਂ ਅਲਬਰਟਾ ਦੀ ਗੱਲ ਕਰਦੇ ਹਾਂ ਤਾਂ ਐਡਮਿੰਟਨ ਵੀ ਆ, ਕੈਲਗਰੀ ਵੀ ਆ, ਫੋਰਟ ਮੈਕਮਰੀ ਵੀ ਆ, ਰੈਡ ਡੀਰ ਵੀ ਆ, ਹੋਰ ਸਾਰੇ ਸ਼ਹਿਰਾਂ ਨੂੰ ਮਿਲਾ ਕੇ ਐਵਰੇਜ ਕੱਢੀ ਜਾਂਦੀ ਆ। ਅਲਬਰਟਾ ਦੇ ਵਿੱਚ ਜਿਹੜਾ ਇੱਕ ਬੈਡਰੂਮ ਦਾ ਅਪਾਰਟਮੈਂਟ ਆ ਉਹਦਾ ਰੈਂਟ $1271 ਆ, 2 ਬੈਡਰੂਮ ਦਾ $1595 ਆ, 3 ਬੈਡਰੂਮ ਦਾ $1691 ਆ, ਇਸ ਰਿਪੋਰਟ ਦੇ ਹਿਸਾਬ ਨਾਲ। ਅਲਬਰਟਾ ਤੋਂ ਬਾਅਦ ਲਗਭਗ ਨੇੜੇ ਤੇੜੇ ਬ੍ਰਿਟਿਸ਼ ਕੋਲੰਬੀਆ ਤੁਰਿਆ ਫਿਰਦਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 14.4% ਜਿਹੜੇ ਰੈਂਟ ਵਧੇ ਆ, ਅਤੇ ontario ਦੇ ਵਿੱਚ 13.5% ਰੈਂਟ ਵਧੇ ਦੱਸੇ ਜਾ ਰਹੇ ਆ। ਐਵਰੇਜ ਕਾਸਟ ਰੈਂਟਿੰਗ ਦੀ ਅਪਾਰਟਮੈਂਟ ਦੇ ਵਿੱਚ BC ਦੇ ਵਿੱਚ 2471 ਆ ਜਨਵਰੀ ਦੇ ਵਿੱਚ, $2471 ਐਵਰੇਜ ਅਪਾਰਟਮੈਂਟ ਰੈਂਟ ਕਰਨ ਦਾ। ਸੋ ਇੱਥੇ 2471 ਆ, ਅਤੇ ਇਹਦੇ ਵਿੱਚ ਵਾਧਾ ਵੀ ਲਗਾਤਾਰ ਹੋ ਰਿਹਾ ਆ। ਇੱਕ ਬੈਡਰੂਮ ਦਾ ਜਿਹੜਾ ਇੱਥੇ ਰੈਂਟ ਕਰਨਾ ਹੋਵੇ ਕਿਸੇ ਨੇ ਐਵਰੇਜ, ਅਤੇ ਉਹ $2163 ਆ, ਜਿਹੜਾ ਕਿ ਅਲਬਰਟਾ ਦੇ ਵਿੱਚ $1271 ਆ। ਫਰਕ ਤੁਸੀਂ ਦੇਖ ਸਕਦੇ ਹੋ ਕਿ BC ਅਤੇ ਅਲਬਰਟਾ ਦੇ ਵਿੱਚ ਰੈਂਟ ਦਾ ਕਿੰਨਾ ਫਰਕ ਆ। $2163 $2 ਦਾ ਬੈਡਰੂਮ ਲੈਣਾ ਅਤੇ $2769, ਅਤੇ ਜਿਹੜਾ ਜਿਹੜਾ ਅਲਬਰਟਾ ਤੋਂ 72% ਜ਼ਿਆਦਾ ਦੱਸਿਆ ਜਾ ਰਿਹਾ
ਤੇ 5% ਅੰਟੈਰੀਓ ਤੋਂ ਜ਼ਿਆਦਾ ਦੱਸਿਆ ਜਾ ਰਿਹਾ। ਅੰਟੈਰੀਓ ਦੇ ਵਿੱਚ ਇੱਕ ਬੈਡਰੂਮ ਦਾ ਅਪਾਰਟਮੈਂਟ $2130 ਦਾ, ਤੇ ਜਿਹੜੇ ਲੈਂਡਲੋਰਡ ਆ ਉਹ 2200 ਜਿਹੜੇ ਮਾਫੀ ਚਾਹੁੰਦੇ $2573 ਦੋ ਬੈਡਰੂਮ ਦੇ ਲਈ ਮੰਗ ਰਹੇ ਆ। ਨੋਵਾ ਸਕੋਸ਼ੀਆ ਦੇ ਵਿੱਚ 13.5% ਵਾਧਾ ਹੋਇਆ ਤੇ ਐਵਰੇਜ ਉੱਥੇ 2341 ਰੈਂਟ ਦੱਸਿਆ ਜਾ ਰਿਹਾ। ਇੱਕ ਬੈਡਰੂਮ ਦਾ ਅਪਾਰਟਮੈਂਟ ਲੈਣਾ ਤੇ $1673, ਤੇ ਜਿਹੜੇ ਦੋ ਬੈਡਰੂਮ ਦਾ ਲੈਣਾ ਤੇ ਉਹਦਾ $2069 ਰੈਂਟ ਦੱਸਿਆ ਜਾ ਰਿਹਾ। ਐਨੂਅਲ ਗਰੋਥ ਰੇਟ ਰੈਂਟ ਦਾ ਸਸਕਾਚਵਨ ਦੇ ਵਿੱਚ ਤੇ ਕਿਊਬਿਕ ਦੇ ਵਿੱਚ ਵੀ ਲਗਭਗ ਸਿੰਗਲ ਡਿਜਿਟ ਦੇ ਵਿੱਚ ਜਨਵਰੀ ਦੇ ਵਿੱਚ ਦੱਸਿਆ ਜਾ ਰਿਹਾ, ਤੇ ਇੱਥੇ ਜਿਹੜਾ ਐਵਰੇਜ ਆ 1087 ਤੇ 1808 ਦੋਵਾਂ ਪ੍ਰੋਵਿੰਸਿਸ ਦੇ ਵਿੱਚ ਦੱਸਿਆ ਜਾ ਰਿਹਾ, ਤੇ 7.6% ਤੇ 9% ਵਾਧਾ ਇੱਥੇ ਦੱਸਿਆ ਗਿਆ। ਹਾਲਾਂਕਿ ਅਪਾਰਟਮੈਂਟ ਰੈਂਟ ਕਰਨ ਦੇ ਲਈ ਸਸਕਾਚਵਨ ਕਾਫੀ ਸਸਤਾ ਪ੍ਰੋਵਿੰਸ ਮੰਨਿਆ ਜਾਂਦਾ rentals.ca ਦੇ ਅੰਕੜਿਆਂ ਦੇ ਹਿਸਾਬ ਨਾਲ। ਮੈਨੀਟੋਬਾ ਦੇ ਵਿੱਚ ਸਭ ਤੋਂ ਘੱਟ ਕਿਰਾਏ ਵਧੇ ਆ, ਜਿਹਦੇ ਵਿੱਚ ਸਿਰਫ 7% ਦੱਸਿਆ ਜਾ ਰਿਹਾ, ਤੇ ਐਵਰੇਜ $1428 ਹਰ ਮਹੀਨੇ ਇਹ ਦੱਸਦੇ ਆ। ਹੁਣ ਜਿਹੜੇ ਵੱਡੇ ਸ਼ਹਿਰ ਨੇ ਕੈਨੇਡਾ ਦੇ, ਜਿਵੇਂ ਵੈਨਕੂਵਰ ਆ, ਇਹਦੇ ਵਿੱਚ ਸਭ ਤੋਂ ਜ਼ਿਆਦਾ ਰੈਂਟ ਨੇ ਇਸ ਵੇਲੇ। ਜਿਹੜੀ ਕੋਂਡੋ ਤੇ ਅਪਾਰਟਮੈਂਟ ਦੇ ਵਿੱਚ 22.9% ਤੇ 22.7% ਵਾਧਾ ਦੱਸਿਆ ਜਾ ਰਿਹਾ। ਜਿਹੜੀ ਰਿਪੋਰਟ ਦੱਸਦੀ ਆ ਕਿ ਸਾਲ ਦਰ ਸਾਲ ਵਾਧਾ ਕੈਨੇਡਾ ਦੇ 6 ਵੱਡੀ ਰੈਂਟਲ ਮਾਰਕੀਟਸ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਆ। ਵੈਨਕੂਵਰ ਸਿਖਰ ਦੇ ਉੱਤੇ ਰਿਹਾ, ਇਹ ਸਾਰੇ ਕੁਛ ਦੇ ਵਿੱਚ ਐਕਸਪੈਂਸਿਵ ਮਹਿੰਗਾ ਹੈ ਸਾਰੀ ਰੈਂਟਲ ਮਾਰਕੀਟ ਦੇ ਵਿੱਚ। ਤੇ ਲੈਂਡਲੋਰਡ ਇੱਥੇ $2700 ਮੰਗਦੇ ਆ, $2755 ਇੱਕ ਬੈਡਰੂਮ ਦੇ ਲਈ, ਤੇ ਦੋ ਬੈਡਰੂਮ ਦੇ ਲਈ $3732 ਵੈਨਕੂਵਰ ਦੇ ਵਿੱਚ ਮਹੀਨੇ ਦਾ ਕਿਰਾਇਆ ਦੱਸਿਆ ਜਾ ਰਿਹਾ। ਵੈਨਕੂਵਰ ਤੋਂ ਬਾਅਦ ਦੂਜਾ ਨੰਬਰ ਟੋਰਾਂਟੋ ਤੋਂ ਆਉਂਦਾ। ਟੋਰਾਂਟੋ ਸੈਕੰਡ ਐਕਸਪੈਂਸਿਵ ਸ਼ਹਿਰ ਮੰਨਿਆ ਜਾਂਦਾ। ਐਵਰੇਜ ਰੈਂਟ $2471 ਇੱਕ ਬੈਡਰੂਮ ਦੇ ਲਈ, ਤੇ $3238 ਦੋ ਬੈਡਰੂਮ ਦੇ ਲਈ ਜਨਵਰੀ ਦੇ ਵਿੱਚ ਦੱਸਿਆ ਜਾ ਰਿਹਾ। ਜਿਹੜੇ ਰੈਂਟ ਇੱਥੇ ਅਪਾਰਟਮੈਂਟ ਦੇ ਰੈਂਟ ਨੇ 20% ਅੰਟੈਰੀਓ ਦੇ ਵਿੱਚ ਵੀ ਵਾਧਾ ਦੱਸਿਆ ਜਾ ਰਿਹਾ। ਜਿਹੜੇ ਤਿੰਨ ਹੋਰ ਬਾਕੀ ਵੱਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਜਿਹੜੀ ਘੱਟ ਐਨੂਅਲ ਗਰੋਥ ਹੋਈ ਹੈ, ਜਿਹਦੇ ਵਿੱਚ 7.9% ਮੌਂਟਰੀਅਲ ਦੇ ਵਿੱਚ, 11% ਆਟਵਾ ਦੇ ਵਿੱਚ, ਤੇ ਐਡਮਿੰਟਨ ਦੇ ਵਿੱਚ ਜਿਹੜੀ 9.3% ਤੋਂ ਲੀਜ਼ ਸ਼ੁਰੂ ਹੁੰਦੀ ਦੱਸੀ ਜਾ ਰਹੀ ਹੈ। ਸੋ ਇਸ ਮਾਰਕੀਟ ਦੇ ਵਿੱਚ ਕਿਰਾਏ ਹਜੇ ਵੀ ਕਾਫੀ ਜ਼ਿਆਦਾ ਆ, ਤੇ ਕਾਰਨ ਬੜਾ ਸਿੱਧਾ ਉਹਦਾ ਦੱਸਿਆ ਜਾ ਰਿਹਾ। ਮਾਰਕੀਟ ਦੇ ਵਿੱਚ ਉਨੇ ਜ਼ਿਆਦਾ ਘਰ ਹੈ ਨਹੀਂ ਜਿੰਨੇ ਜ਼ਿਆਦਾ ਲੋਕ ਆ। ਲੋਕ ਕੈਨੇਡਾ ਦੇ ਵਿੱਚ ਚਾਹੀਦੇ ਆ। ਜੇ ਲੋਕ ਨਹੀਂ ਹੋਣਗੇ ਤਾਂ ਇੱਥੇ ਕੁਝ ਵੀ ਨਹੀਂ ਹੋ ਸਕਦਾ, ਸਾਰਾ ਕੁਝ ਰੁਕ ਜੂਗਾ। ਪਾਪੂਲੇਸ਼ਨ ਇੰਨੀ ਚਾਹੀਦੀ ਹੈ ਕਿ ਬਾਹਰੋਂ ਮੰਗਾਉਣੇ ਪੈ ਰਹੇ ਆ ਲੋਕ, ਪਰ ਉਹਨਾਂ ਦੇ ਰਹਿਣ ਲਈ ਘਰ ਇੱਥੇ ਪੂਰੇ ਨਹੀਂ ਆ। ਜਿੰਨੇ ਲੋਕ ਘਰ ਲੈਣਾ ਚਾਹੁੰਦੇ ਆ ਉਨੇ ਘਰ ਹੈ ਨਹੀਂ, ਤੇ ਕੁਦਰਤੀ ਆ ਫਿਰ ਜਿਹੜੇ ਘਰ ਹੈਗੇ ਉਹਦੇ ਵਿੱਚ ਹੀ ਕੰਪੀਟੀਸ਼ਨ ਹੋਣਾ, ਤੇ ਇੱਥੇ ਕਿਰਾਏ ਇਸ ਵੇਲੇ ਵੀ ਵਧੇ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਕਿਰਾਏ ਐਸੇ ਤਰ੍ਹਾਂ ਵਧਣ ਦੀ ਗੱਲਬਾਤ ਦੱਸੀ ਜਾ ਰਹੀ ਆ। ਇੱਕੋ ਇੱਕ ਹੱਲ ਇਹਦਾ ਕਿ ਘਰਾਂ ਦੀ ਸਪਲਾਈ ਵਧਾਈ ਜਾਵੇ, ਘਰ ਬਹੁਤ ਸਾਰੇ ਹੋਰ ਬਣਨ ਤਾਂ ਇੱਥੇ ਕਿਰਾਏ ਕੰਟਰੋਲ ਹੋ ਸਕਦੇ। ਘਰਾਂ ਦੀਆਂ ਕੀਮਤਾਂ ਥੱਲੇ ਆ ਗਈਆਂ ਆ, ਪਰ ਇਹ ਟੈਂਪਰੇਰੀਲੀ ਆ। ਜਦੋਂ ਮਾਰਕੀਟ ਦੇ ਵਿੱਚ ਇੰਟਰਸਟ ਰੇਟ ਵੱਧ ਗਿਆ, ਘਰਾਂ ਦੀਆਂ ਕੀਮਤਾਂ ਫੇਰ ਵੱਧ ਜਾਣੀਆਂ, ਕਿਉਂਕਿ ਲੋਕ ਬੇਸਿਕਲੀ ਜ਼ਿਆਦਾ ਨੇ, ਘਰ ਇੱਥੇ ਘੱਟ। ਕੈਨੇਡਾ ਸਰਕਾਰ ਨੇ 4 ਲੱਖ ਦੇ ਕਰੀਬ ਡਾਲਰ ਹੋਟਲ ਦੇ ਕਮਰਿਆਂ ਦੇ ਉੱਤੇ ਲਾ ਦਿੱਤਾ ਜਦੋਂ ਇਹ ਕੁਈਨ ਐਲਿਜ਼ਾਬੈਥ ਦੇ ਫਿਊਨਲ ਦੇ ਉੱਤੇ ਗਏ ਆ। ਇਹਦੇ ਵਿੱਚ ਇਹ ਵੀ ਦੱਸਦੇ ਆ ਕਿ ਇੱਕ ਹੋਟਲ ਦੇ ਕਮਰੇ ਦਾ ਰਾਤ ਦਾ ਕਿਰਾਇਆ $6000 ਵੀ ਦੱਸਿਆ ਗਿਆ। $4 ਲੱਖ ਜਿਹੜਾ ਇੱਕ ਵਿਅਕਤੀ ਕੈਨੇਡਾ ਦੇ ਵਿੱਚ ਸਧਾਰਨ ਰਹਿਣ ਵਾਲਾ ਸਾਰੀ ਉਮਰ ਲਾ ਦਿੰਦਾ ਆਪਣਾ ਘਰ ਲੈਣ ਦੇ ਲਈ ਤੇ ਇਕੱਠਾ ਕਰਨ ਦੇ ਲਈ, ਉਹ ਕੁਝ ਦਿਨਾਂ ਦੇ ਵਿੱਚ ਹੀ ਖਰਚ ਦਿੱਤਾ ਲੰਡਨ ਦੇ ਵਿੱਚ। ਆਲੋਚਨਾ ਉਸ ਵੇਲੇ ਵੀ ਬਹੁਤ ਹੋਈ ਸੀ, ਤੇ ਟੋਰਾਂਟੋ ਸਟਾਰ ਦੇ ਪੱਤਰਕਾਰ ਨੇ ਜਦੋਂ ਇਹ ਸਾਰੀ ਜਾਣਕਾਰੀ ਉਸ ਵੇਲੇ ਸਾਹਮਣੇ ਰੱਖੀ ਸੀ ਤਾਂ ਉਹਦੀ ਗੱਲਬਾਤ ਹੁਣ ਤੱਕ ਚੱਲ ਰਹੀ ਹੈ। ਕੈਨੇਡਾ ਇਹੋ ਜਿਹਾ ਮੁਲਕ ਆ, ਜਾਂ ਇਹੋ ਜਿੰਨੇ ਵੀ ਵਿਕਸਿਤ ਮੁਲਕ ਨੇ, ਇੱਥੇ ਲੋਕ ਕਿਸੇ ਗੱਲ ਦਾ ਪਿੱਛਾ ਨਹੀਂ ਛੱਡਦੇ। ਜੇ ਸਰਕਾਰ ਨੇ ਉਹ ਪੈਸਾ ਲਾਇਆ ਉੱਤੇ $4 ਲੱਖ ਕੁਝ ਦਿਨਾਂ ਦੇ ਵਿੱਚ ਹੋਟਲ ਦੇ ਕਮਰਿਆਂ ਦੇ ਕਿਰਾਏ 'ਤੇ ਲਾ ਦਿੱਤਾ, ਟੈਕਸ ਪੇਅਰ ਜਿਹੜੇ ਇਸ ਵੇਲੇ ਸਵਾਲ ਪੁੱਛ ਰਹੇ ਵੀ ਸਾਨੂੰ ਹਿਸਾਬ ਦਿਓ, ਦੱਸੋ 6000 ਕਮਰੇ ਦੇ ਵਿੱਚ ਕੌਣ ਕੌਣ ਰਿਹਾ ਸੀ, ਕੌਣ ਕੌਣ ਗਿਆ, ਕੌਣ ਕੌਣ ਸੀ, ਉਹ ਰਹੇ ਕਿੱਥੇ ਕਿੱਥੇ ਸੀ। ਜੇ ਕੈਨੇਡਾ ਦੇ ਪ੍ਰਧਾਨ ਮੰਤਰੀ $6000 ਰਾਤ ਵਾਲੇ ਕਮਰੇ 'ਚ ਰਹਿ ਰਹੇ ਆ, ਤਾਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਕਿੱਥੇ ਰਹੇ ਸੀ, ਉਹਨਾਂ ਦੇ ਕਮਰੇ ਦਾ ਕਿੰਨਾ ਕਿਰਾਇਆ ਸੀ। ਇਹ ਇੰਨਾ ਖਿੱਚਿਆ ਜਾ ਰਿਹਾ ਇਸ ਗੱਲ ਨੂੰ ਕਿ ਹੁਣ ਅਜੇ ਤੱਕ ਇਹਦੇ ਉੱਤੇ ਡਿਬੇਟ ਚੱਲ ਰਿਹਾ, ਤੇ ਹੁਣ ਫਿਰ ਕੁਛ ਰਿਪੋਰਟਾਂ ਹੋਰ ਸਾਹਮਣੇ ਆਈਆਂ। ਜਿਹੜਾ ਕੁਈਨ ਦੇ ਫਿਊਨਲ ਦੇ ਉੱਤੇ ਗਏ ਸੀ ਜਦੋਂ ਇੱਥੋਂ ਕੈਨੇਡਾ ਦੇ ਉੱਤੇ ਲੋਕ, ਤੇ ਉਹਦੇ ਖਰਚੇ ਦੇ ਬਾਬਤ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ। ਸਤੰਬਰ 19 ਨੂੰ ਫਿਊਨਲ ਸੀ ਉੱਥੇ, ਉਹਦੇ ਵਿੱਚ ਪ੍ਰਧਾਨ ਮੰਤਰੀ ਗਏ ਸੀ ਸਾਡੇ ਜਸਟਿਨ ਟਰੂਡੋ, ਉਹਨਾਂ ਦੀ ਪਤਨੀ ਨਾਲ ਗਏ ਸੀ, ਗਵਰਨਰ ਜਨਰਲ ਮੈਰੀ ਸਿਮਨ ਗਏ ਸੀ, ਸਾਬਕਾ ਪ੍ਰਾਈਮ ਮਿਨਿਸਟਰ ਸਾਡੇ
ਕਿਮ ਕੈਂਬਲ, ਜੌਨ ਕ੍ਰੈਚੀਅਨ ਤੇ ਪਾਲ ਮਾਰਟਨ, ਸਟੀਫਨ ਹਾਰਪਰ, ਇਸੇ ਤਰ੍ਹਾਂ ਓਲੰਪੀਅਨ ਮਾਰਕ ਟਵੈਸਬਰੀ ਤੇ ਐਕਟਰ ਸੈਂਡਰਾ ਓ, ਇਹ ਲੋਕ ਫਿਊਨਲ ਦੇ ਵਿੱਚ ਸ਼ਾਮਲ ਹੋਣ ਦੇ ਲਈ ਗਏ ਸੀ। ਕੈਨੇਡੀਅਨ ਸਰਕਾਰ ਨੇ ਡਿਸਕਲੋਜ਼ ਨਹੀਂ ਸੀ ਕੀਤਾ ਕਿ $6,000 ਰਾਤ ਦੇ ਕਿਰਾਏ ਜਿਹੜਾ ਕੋਰਿੰਥੀਆ ਲੰਡਨ ਹੋਟਲ ਸੀ ਉਹਦੇ ਵਿੱਚ ਕੌਣ ਰਿਹਾ ਸੀ। ਹੋਟਲ ਦੀ ਵੈਬਸਾਈਟ ਦੱਸਦੀ ਆ ਕਿ ਇੱਥੇ ਕਾਫੀ ਸਾਰੀਆਂ ਸਰਵਿਸ ਸੀਗੀਆਂ ਤੇ ਇੱਥੋਂ ਸਿੱਧਾ ਵਿਊ ਮਿਲਦਾ ਆ ਰਿਵਰ ਥੇਮਸ ਦਾ। ਥੇਮਸ ਰਿਵਰ ਦੇ ਵਿਊ ਦੇ ਕਰਕੇ ਇਹ ਕਮਰਾ ਦਿੱਤਾ ਗਿਆ ਤੇ ਇਹਨਾਂ ਕਮਰਿਆਂ ਦੇ ਵਿੱਚ ਕੌਣ ਰਹੇ ਆ, ਹੁਣ ਇਹਦੀ ਜਾਣਕਾਰੀ ਲਈ ਗਈ ਹੈ। ਬਹੁਤ ਵਾਰੀ ਸਰਕਾਰ ਨੂੰ ਕਈ ਪੱਤਰਕਾਰਾਂ ਨੇ ਸਵਾਲ ਕੀਤੇ ਪਰ ਉਹਦੀ ਡਿਟੇਲ ਸਾਹਮਣੇ ਨਹੀਂ ਆ ਰਹੀ ਸੀ। ਇੱਕ ਸਪੋਕਸਪਰਸਨ ਗਵਰਨਰ ਜਨਰਲ ਦੇ ਲਈ ਉਹਨਾਂ ਨੇ ਦੱਸਿਆ ਕਿ ਘੱਟੋ ਘੱਟ ਗਵਰਨਰ ਜਨਰਲ ਉਸ ਕਮਰੇ ਦੇ ਵਿੱਚ ਨਹੀਂ ਰਹੀ, ਬਾਕੀ ਕੌਣ ਰਿਹਾ ਉਹ ਕਹਿੰਦੇ ਤੁਸੀਂ ਆਪ ਪਤਾ ਕਰ ਲਓ। ਹੋਟਲ ਦੀ ਕੀਮਤ ਜਿਹੜੀ ਸਾਹਮਣੇ ਆਈ ਆ, ਇਹਦੀ ਐਕਸੈਸ ਟੂ ਇਨਫੋਰਮੇਸ਼ਨ ਦਾ ਕਾਨੂੰਨ ਆ, ਇੱਥੇ ਐਕਸੈਸ ਟੂ ਇਨਫੋਰਮੇਸ਼ਨ ਰਿਕੁਐਸਟ ਫਾਈਲ ਕੀਤੀ ਸੀ ਗਲੋਬਲ ਅਫੇਅਰ ਕੈਨੇਡਾ ਦੇ ਨਾਲ ਤੇ ਕੈਨੇਡਾ ਦੀ ਫੋਰਨ ਮਿਨਿਸਟਰੀ ਦੇ ਨਾਲ। ਉਹਨਾਂ ਨੇ ਦੱਸਿਆ ਸੀ ਕਿ $3,56,981 ਖਰਚੇ ਗਏ ਕੋਰਿੰਥੀਆ ਲੰਡਨ ਹੋਟਲ ਦੇ ਵਿੱਚ 11 ਸਤੰਬਰ ਤੋਂ ਲੈ ਕੇ 20 ਸਤੰਬਰ ਤੱਕ, ਜਿਹਦੇ ਵਿੱਚ ਮਤਲਬ ਉਹ ਨੰਬਰ ਨਹੀਂ ਸੀ ਦੱਸਿਆ ਕਿ ਅਨਡਿਸਕਲੋਜ਼ਡ ਨੰਬਰ ਆਫ ਰੂਮ ਸੀਗੇ ਤੇ ਮਤਲਬ ਕਿੰਗ ਸਾਈਡ ਬੈੱਡ ਉਹਦੇ ਵਿੱਚ ਦੱਸਦੇ ਆ ਕਿ ਲੱਗੇ ਹੋ ਸੀ। ਔਰ ਜਿਹੜਾ ਰਿਵਰ ਵਿਊ ਸੂਈਟ ਸੀਗੀ ਉਹਦੀ ਕੀਮਤ $6,000 ਇੱਕ ਰਾਤ ਦੀ ਜਾਂ 4800 ਪਾਉਂਡ ਬ੍ਰਿਟਿਸ਼ ਪਾਉਂਡ ਜਿਹੜੇ ਸੀਗੇ ਉਹ ਦੱਸੀ ਜਾ ਰਹੀ ਆ। ਤੇ ਇਹ ਸੂਈਟ ਜਿਹੜਾ ਸੀ 5 ਰਾਤਾਂ ਦੇ ਲਈ ਯੂਜ਼ ਕੀਤਾ ਗਿਆ ਸੀ। ਫੈਡਰਲ ਸਰਕਾਰ ਨੇ ਇਹ ਵੀ ਦੱਸਿਆ ਕਿ ਇਹਨਾਂ ਨੇ ਥੋੜ੍ਹਾ ਜਿਹਾ ਪੈਸਾ ਜਾਣੀ ਕਿ $40,000 ਦੂਜੇ ਜਿਹੜੇ ਹੈਂਪਟਨ ਬਾਈ ਹਿਲਟਨ ਹੋਟਲ ਸੀ ਲੰਡਨ ਦੇ ਨੇੜੇ, ਥੋੜ੍ਹੇ ਚਿਰ ਦੀ ਡਰਾਈਵ ਸੀ ਉੱਥੋਂ ਘੰਟੇ ਕੁ ਦੀ, ਉੱਥੇ ਵੀ ਸੈਂਟਰਲ ਲੰਡਨ ਦੇ ਵਿੱਚ ਵੀ ਦਿੱਤੇ ਆ। ਤੇ ਟੋਟਲ ਕਾਸਟ ਜਿਹੜੀ ਅਕੋਮੋਡੇਸ਼ਨ ਦੇ ਵਿੱਚ ਦਿੱਤੀ ਗਈ ਸੀ ਉਹ ਡੈਲੀਗੇਸ਼ਨ ਦੇ ਲਈ ਦੱਸਦੇ ਆ ਕਿ $3,13,614 ਬ੍ਰਿਟਿਸ਼ ਪਾਉਂਡ ਸੀਗੀ, ਜਾਂ ਇੱਦਾਂ ਕਹਿ ਲਓ ਕਿ $3,97,842 ਸੀ। ਹੁਣ ਇਹਦੀ ਜਾਣਕਾਰੀ ਮੰਗੀ ਗਈ ਹੈ। ਜਦੋਂ ਹੁਣ ਐਕਸਚੇਂਜ ਰੇਟ ਆ ਕੇ ਦੇਖਦੇ ਆ ਤੇ ਉਹ ਵੀ ਕਹਿੰਦੇ ਇਹਨਾਂ ਨੇ ਥੋੜ੍ਹਾ ਜਿਹਾ ਕੀਤਾ ਕਿ ਅਪਰੋਕਸੀਮੇਟਲੀ 0.25% ਹਾਇਰ ਐਕਸਚੇਂਜ ਰੇਟ ਸੀ ਉਸ ਵੇਲੇ, ਤੇ ਇਹ ਅਸਲ ਦੇ ਵਿੱਚ ਜੇ ਉਹ ਐਕਸਚੇਂਜ ਰੇਟ ਲਾ ਕੇ ਦੇਖਦੇ ਆ ਤੇ $80,000 ਹੋਰ ਇਹਦੇ ਉੱਤੇ ਪੈ ਜਾਂਦਾ। ਤੇ ਜਿਹੜੇ ਹੋਟਲ ਨੂੰ ਕਮਰਾ 6,000 ਦਾ ਅਸਲ ਦੇ ਵਿੱਚੋਂ ਜਦੋਂ ਕੈਨੇਡੀਅਨ ਡਾਲਰ ਉਹਦੇ 'ਚ ਕਨਵਰਟ ਕਰਕੇ ਦੇਖਦੇ ਆ ਤੇ ਉਹ $7300 ਇੱਕ ਰਾਤ ਦਾ ਜਿਹੜਾ ਲਗਭਗ ਖਰਚਾ ਲੱਗਦਾ ਆ। ਜਿਹੜੇ ਤਾਂ ਇਸ ਗੱਲ ਦੀ ਸਪੋਰਟ ਕਰਦੇ ਆ ਯੂਨੀਵਰਸਿਟੀ ਦੇ ਕੁਝ ਪ੍ਰੋਫੈਸਰ ਜਾਂ ਮਾਹਰ, ਉਹ ਤਾਂ ਇਹ ਕਹਿੰਦੇ ਵੀ ਜਿਹੜੇ ਪ੍ਰਧਾਨ ਮੰਤਰੀ ਹੁੰਦੇ ਉਹ ਇੱਦਾਂ ਹੀ ਰੁਕਦੇ ਹੁੰਦੇ ਆ, ਇੱਦਾਂ ਹੀ ਹੁੰਦਾ ਤੇ ਇਸ ਵੇਲੇ ਇਹਨਾਂ ਨੇ ਜੋ ਕੀਤਾ ਠੀਕ ਕੀਤਾ। ਪਰ ਜਿਹੜੇ ਕ੍ਰਿਟਿਕ ਆਲੋਚਕ ਆ ਉਹ ਕਹਿੰਦੇ ਇੱਦਾਂ ਨਹੀਂ ਹੁੰਦਾ। ਜੇ ਅਮਰੀਕਾ ਦੇ ਰਾਸ਼ਟਰਪਤੀ ਥੋੜ੍ਹੇ ਪੈਸਿਆਂ ਦੇ ਵਿੱਚ ਰੁਕ ਸਕਦੇ ਆ ਤਾਂ ਸਾਡਿਆਂ ਨੇ ਜ਼ਿਆਦਾ ਪੈਸਾ ਕਿਉਂ ਲਾਇਆ? ਤੇ ਘੱਟੋ ਘੱਟ ਸਾਨੂੰ ਦੱਸੋ ਤਾਂ ਸਹੀ ਵੀ ਪੈਸਾ ਤੁਸੀਂ ਲਾਇਆ ਕਿੱਥੇ ਆ ਤੇ ਹੋਰ ਕਿੱਥੇ ਇਹ ਪੈਸਾ ਜਿਹੜਾ ਲੱਗਿਆ ਹੈਗਾ। ਹੁਣ ਜਾਂ ਉਹ ਇਹ ਕਹਿ ਰਿਹਾ ਕਿ ਜਿਹੜਾ ਦੂਜੇ ਆ ਉਹਨਾਂ ਨੇ ਘੱਟ ਪੈਸਾ ਦੇ ਨਾਲ ਕਿੱਦਾਂ ਉੱਥੇ ਸਟੇ ਕੀਤੀ ਆ। ਹੁਣ ਇੱਥੇ ਕਿਉਂਕਿ ਵੱਡੇ ਮਸਲੇ ਸੀ, ਇਹ ਵੀ ਦੱਸਿਆ ਜਾ ਰਿਹਾ ਕਿ ਇੱਥੇ ਇੱਕ ਤਾਂ ਫਿਊਨਲ ਦੇ ਉੱਤੇ ਸਾਰੀ ਦੁਨੀਆ ਤੋਂ ਲੋਕ ਉੱਥੇ ਆਏ ਸੀ ਤੇ ਉਸ ਵੇਲੇ ਪ੍ਰਾਈਸ ਘੱਟ ਕਰਾਉਣਾ ਜਾਂ ਲੱਭਣਾ ਇਹਨਾਂ ਦੇ ਵੱਸ ਵਿੱਚ ਨਹੀਂ ਸੀ। ਦੂਜਾ ਕਹਿੰਦੇ ਇਹਦਾ ਕੰਟਰੋਲ ਇਹਨਾਂ ਦੇ ਕੋਲ ਨਹੀਂ ਸੀ। ਕਿ ਦੂਜਾ ਇਹ ਆ ਕਿ ਰੂਮ ਕਿਸ ਤਰ੍ਹਾਂ ਦਾ ਉਹਦੇ ਉੱਤੇ ਵੀ ਡਿਪੈਂਡ ਕਰਦਾ ਕਿੰਨੇ ਮੈਂਬਰ ਉੱਥੇ ਆ ਰਹੇ ਆ। ਜਦੋਂ ਦੂਜੀਆਂ ਸਰਕਾਰਾਂ ਦੇ ਮੁਖੀ ਦੁਨੀਆ ਭਰ ਤੋਂ ਜਿਹੜੇ ਸਰਕਾਰਾਂ ਦੇ ਮੁਖੀ ਸੀਗੇ ਉੱਥੇ ਸੀਗੇ, ਤੇ ਕੁਝ ਕ੍ਰਿਟਿਕ ਜਿਹੜੇ ਆ ਉਹ ਇਹ ਕਹਿੰਦੇ ਆ, ਜਿਹੜੇ ਆਲੋਚਕ ਨੇ ਜਾਂ ਇਸ ਗੱਲ ਦੇ ਮਾਹਰ ਨੇ, ਵੀ ਇਹ ਕੋਈ ਐਡੀ ਗੱਲ ਨਹੀਂ ਸੀ ਵੀ ਇਹ ਬਿਲਕੁਲ ਜਿੱਦਾਂ ਵੀ ਥੋੜ੍ਹੀ ਜਿਹੀ ਭਾਨ ਪਈ ਹੋਵੇ ਕੈਨੇਡਾ ਦੇ ਬਜਟ ਦੇ ਵਿੱਚ ਵੀ 342 ਬਿਲੀਅਨ ਦਾ ਕੈਨੇਡਾ ਦਾ ਬਜਟ ਆ ਤੇ ਉਹਦੇ ਵਿੱਚ ਜੇ 2-4 ਲੱਖ ਲੱਗ ਗਿਆ ਤੇ ਇਹ ਇੱਦਾਂ ਹੀ ਆ ਜਿੱਦਾਂ ਕਿਸੇ ਦੇ ਘਰ ਵਾਧੂ ਭਾਨ ਪਈ ਹੋਵੇ, ਵੀ ਇਹਨੂੰ ਬਹੁਤਾ ਨਹੀਂ ਗੱਲਬਾਤ ਨੂੰ ਚੱਕਣਾ ਚਾਹੀਦਾ। ਪਰ ਫਿਰ ਵੀ ਕੁਛ ਜਿਹੜੇ ਆ ਲੋਕ ਇਹਦੇ ਉੱਤੇ ਸਵਾਲ ਕਰ ਰਹੇ ਆ ਕਿ ਉਹਦੇ ਫਿਊਨਲ ਦੇ ਉੱਤੇ ਜਿਹੜੀ VIP ਅਕੋਮੋਡੇਸ਼ਨ ਸੀਗੀ, ਮਤਲਬ ਸਪੋਰਟ ਕਰਨ ਵਾਲੇ ਤੇ ਇਹ ਵੀ ਕਹਿ ਰਹੇ ਵੀ ਉਹ ਸ਼ਾਰਟ ਨੋਟਿਸ 'ਤੇ ਸੀ ਤੇ ਬਲੌਕ ਬੁਕਿੰਗ ਦੇ ਨਾਲ ਸੀਗੀ। ਤੇ ਦੂਜਾ ਸਭ ਤੋਂ ਜ਼ਿਆਦਾ ਮਹਿੰਗੇ ਹੋਟਲ ਸੀ ਮਾਰਕੀਟ ਦੇ ਵਿੱਚ, ਸਭ ਤੋਂ ਜ਼ਿਆਦਾ ਦੁਨੀਆ ਦੇ ਮਹਿੰਗੇ ਹੋਟਲ ਲੰਡਨ ਦੇ ਵਿੱਚ ਹੀ ਨੇ, ਤੇ ਉਹ ਵੀ ਲੰਡਨ ਦੇ ਬਿਲਕੁਲ ਸੈਂਟਰ ਦੇ ਵਿੱਚ। ਉੱਥੇ ਰੂਮ ਕਦੋਂ ਵੇਲੇ ਮਿਲਦੇ ਆ, ਕਿਹੜੇ ਸਵੀਟ ਮਿਲਦੇ ਆ, ਗਵਰਨਰ ਜਨਰਲ, ਪ੍ਰਾਈਮ ਮਿਨਿਸਟਰ, ਸਟਾਫ, ਇੰਨੇ ਜ਼ਿਆਦਾ ਵੱਡੇ ਲੋਕ ਉੱਥੇ ਗਏ ਆ। ਤਾਂ ਇਹ ਸਵਾਲ ਜਿਹੜਾ ਨਹੀਂ ਆ। ਟੋਰਾਂਟੋ ਸਨ ਦੇ ਪੱਤਰਕਾਰ ਨੇ ਇਹ ਸਭ ਤੋਂ ਪਹਿਲਾਂ ਅਕੋਮੋਡੇਸ਼ਨ ਦਾ ਖਰਚਾ ਸਾਹਮਣੇ ਕੱਢ ਕੇ ਲਿਆਂਦਾ ਸੀ। ਦੂਜਾ ਸਵਾਲ ਹੁਣ ਜਿਹੜੇ ਲੋਚਕ ਇਹ ਕਰ ਰਹੇ ਉਦੋਂ ਦੇ ਕਿ ਪ੍ਰਾਈਮ ਮਿਨਿਸਟਰ ਨੇ ਆਪਣੇ ਆਪ ਨੂੰ ਇੱਦਾਂ ਟਰੀਟ ਕੀਤਾ ਜਿੱਦਾਂ ਉਹ ਲਗਜ਼ਰੀਅਸ ਵਕੇਸ਼ਨ 'ਤੇ ਗਏ ਹੁੰਦੇ ਆ। ਅਤੇ ਉਹਨਾਂ ਦੀ ਤੁਹਾਨੂੰ ਪਤਾ ਕਿ ਉੱਥੇ ਹੋਟਲ ਦੀ ਲੌਬੀ ਦੇ ਵਿੱਚ ਗਾਉਂਦਿਆਂ ਦੀ ਵੀਡੀਓ ਵੀ ਸਾਹਮਣੇ ਆਈ ਸੀ ਕਿ ਇਹ ਉੱਥੇ ਜਿਹੜੇ ਗਾਉਣ ਗਏ ਸੀ ਜਾਂ ਕੀ ਕਰ ਰਹੇ ਸੀਗੇ। ਕੰਜ਼ਰਵੇਟਿਵ ਲੀਡਰ
ਪੀਅਰ ਪੋਲੀਅਵ ਨੇ ਵੀ ਨਵੰਬਰ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹ ਗੱਲ ਚੱਕੀ ਸੀ ਕਿ $6000 ਇੱਕ ਰਾਤ ਦਾ ਨਹੀਂ ਕਿਸੇ ਤਰ੍ਹਾਂ ਵੀ ਜਸਟੀਫਾਈਡ। ਸਾਨੂੰ ਦੱਸੋ ਤਾਂ ਸਹੀ ਉੱਥੇ ਰਿਹਾ ਕੌਣ ਕੌਣ ਸੀ ਤੇ ਕਿਉਂ ਇੰਨਾ ਮਹਿੰਗਾ ਜਿਹੜਾ ਉੱਥੇ ਕੀਤਾ ਗਿਆ, ਜਦੋਂ ਕਿ ਉਹਦੇ ਨਾਲ ਸਸਤੇ ਜਿਹੜੇ ਹੋਰ ਹੋਟਲ ਸੀਗੇ ਉਹ ਕਹਿੰਦੇ ਫੋਰ ਸੀਜ਼ਨਸ ਆ, ਲਹਿੰਗਮ ਆ, ਸੈਵੋਏ ਆ, ਇਸੇ ਤਰ੍ਹਾਂ ਸ਼ੰਗਰੀ ਲਾ ਆ, ਉੱਥੇ ਰੂਮ ਜਿਹੜੇ ਕਾਫੀ ਜ਼ਿਆਦਾ ਕੋਰਿੰਥੀਆ ਦੇ ਨਾਲੋਂ ਘੱਟ ਸੀ ਤੇ ਉੱਥੇ ਵੀ ਰਿਹਾ ਜਾ ਸਕਦਾ ਸੀ। ਹੁਣ ਇਹ ਵੀ ਦੇਖਣ 'ਚ ਆਇਆ ਕਿ ਅਸਲ ਦੇ ਵਿੱਚ ਉਹਨਾਂ ਨੇ ਕੀਮਤਾਂ ਨਹੀਂ ਵਧਾਈਆਂ ਜਿਹੜੇ ਕੋਰਿੰਥੀਆ ਨੇ। ਅੱਜ ਵੀ ਉਹਨਾਂ ਦੀ ਸਾਈਟ ਦੇ ਉੱਤੇ ਜਾ ਕੇ ਦੇਖੋ ਤੁਸੀਂ ਤਾਂ 5220 ਪਾਉਂਡ ਦਾ ਰੂਮ ਅੱਜ ਵੀ ਉੱਥੇ ਇਸੇ ਰੇਟ ਦੇ ਨਾਲ ਆ। ਤੇ ਜੇ ਹੁਣ ਜਿੰਨੇ ਡਾਲਰ ਦੀ ਕੀਮਤ ਹੋਈ ਹੈ ਇਹਨੂੰ ਕਨਵਰਟ ਕਰਕੇ ਦੇਖਦੇ ਹਾਂ ਤੇ $8500 ਪੈਂਦਾ ਅੱਜ ਦੇ ਐਕਸਚੇਂਜ ਰੇਟ ਦੇ ਹਿਸਾਬ ਨਾਲ। ਜੇਕਰ ਤੁਸੀਂ ਦੇਖੋ ਜਦੋਂ ਕਿ ਉੱਥੇ ਜਿਹੜਾ ਨੋਰਮਲ ਰੂਮ ਆ ਉਹ 792 ਪਾਉਂਡ ਦਾ ਯਾਨੀ ਕਿ $1300 ਦੇ ਵਿੱਚ ਪੈ ਰਿਹਾ ਆ। ਸੋ ਹੁਣ ਇਸ ਮਾਮਲੇ ਦੇ ਉੱਤੇ ਜਿਹੜੇ ਗੱਲਬਾਤ ਚੱਲ ਰਹੀ ਆ ਕਿ ਕੌਣ ਕਿੱਥੇ ਰਿਹਾ ਤੇ ਇੰਨਾ ਪੈਸਾ ਕਿੱਥੇ ਲਾਇਆ ਜਾ ਰਿਹਾ। ਸੋ ਇੱਕ ਲੀਗਲ ਚੈਲੰਜ ਲਾਂਚ ਕੀਤਾ ਹੈ ਕੈਨੇਡੀਅਨ ਟੈਕਸਪੇਅਰ ਫੈਡਰੇਸ਼ਨ ਨੇ। ਪਿਛਲੇ ਹਫਤੇ ਉਹਨਾਂ ਨੇ ਅਨਾਊਂਸ ਕੀਤਾ ਵੀ ਅਸੀਂ ਲੀਗਲੀ ਚੈਲੰਜ ਕਰਾਂਗੇ ਇਹਨਾਂ ਸਾਰੇ ਕੁਛ ਨੂੰ ਕਿ ਸਾਨੂੰ ਦੱਸੋ ਕੋਰਿੰਥੀਆ ਲੰਡਨ ਦੇ ਰਿਵਰ ਸਟਰੀਟ ਦੇ ਵਿੱਚ ਕਿੱਥੇ ਕਿਉਂ ਖਰਚਾ ਇੰਨਾ ਕੀਤਾ ਗਿਆ। ਬਈ ਘੱਟੋ ਘੱਟ ਇਹ ਇੱਕ ਮਤਲਬ ਇਹ ਅਸੂਲਾਂ ਦਾ ਮਾਮਲਾ ਆ। ਰੌਲਾ ਇਹ ਨਹੀਂ ਕਿ ਮਤਲਬ ਇੰਨੇ ਪੈਸੇ 'ਚੋਂ ਇੰਨੇ ਲੱਗ ਗਏ, ਉਹਦਾ ਕੀ ਅਰਥ ਆ। ਜਿਹੜੇ ਇਹ ਟੈਕਸਪੇਅਰ ਦੀ ਫੈਡਰੇਸ਼ਨ ਆ ਇਹ ਕਹਿ ਰਹੀ ਕਿ ਰੌਲਾ ਅਸੂਲਾਂ ਦਾ ਆ, ਸਾਨੂੰ ਟਰਾਂਸਪੇਰੈਂਸੀ ਚਾਹੀਦੀ ਹੈ, ਸਾਰਾ ਕੁਝ ਦੱਸ ਦਿਓ ਕਿੱਥੇ ਕਿੰਨਾ ਕਿੰਨਾ ਖਰਚਾ ਹੋਇਆ, ਫਿਰ ਇਹ ਸੰਤੁਸ਼ਟ ਹੋ ਜਾਣਗੇ। ਤੇ ਉਹਦੇ ਲਈ ਇਹਨਾਂ ਨੇ ਮਤਲਬ ਕਾਨੂੰਨਨ ਤੌਰ ਦੇ ਉੱਤੇ ਲੜਾਈ ਸ਼ੁਰੂ ਕੀਤੀ ਆ, ਲੀਗਲ ਚੈਲੰਜ ਇਹ ਲਾਂਚ ਕਰ ਰਹੇ ਆ। ਦੇਖੋ ਇਹਦਾ ਕੀ ਗੱਲਬਾਤ ਸਾਹਮਣੇ ਨਿਕਲ ਕੇ ਆਉਂਦੀ ਆ। ਹੁਣ ਫਿਰ ਇਹਨਾਂ ਨੇ ਜਦੋਂ ਦੱਸਦੇ ਆ ਕਿ ਜਿਹੜੀ ਕੋਰੋਨੇਸ਼ਨ ਹੋਣੀ ਆ ਕਿੰਗ ਚਾਰਲਸ III ਦੀ ਮਈ 6 ਨੂੰ, ਉਦੋਂ ਫਿਰ ਪ੍ਰਾਈਮ ਮਿਨਿਸਟਰ ਨੇ ਲੰਡਨ ਦੇ ਵਿੱਚ ਜਾਣਾ ਤੇ ਫਿਰ ਕਿੰਨਾ ਖਰਚਾ ਹੁੰਦਾ ਇਹਦੀ ਗੱਲਬਾਤ ਵੀ ਕੁਦਰਤੀ ਤੌਰ 'ਤੇ ਚੱਲੂਗੀ। ਪਰ ਅਜੇ ਇਹ ਗੱਲ ਚੰਗੀ ਵੀ ਆ ਕਿ ਟੈਕਸਪੇਅਰ ਇਸ ਦੇਸ਼ ਦੇ ਵਿੱਚ ਪੁੱਛ ਸਕਦੇ ਆ ਆਪਣੇ ਪ੍ਰਧਾਨ ਮੰਤਰੀ ਨੂੰ ਵੀ, ਆਪਣੀ ਸਰਕਾਰ ਨੂੰ ਵੀ ਕਿ ਇੰਨਾ ਪੈਸਾ ਜਿਹੜਾ ਤੁਸੀਂ ਲਾ ਕੇ ਆਏ ਆ ਉਹਦਾ ਸਾਨੂੰ ਹਿਸਾਬ ਕਿਤਾਬ ਦਿਓ ਵੀ ਉਹ ਲਾਇਆ ਕਿੱਥੇ ਆ। ਲੋਬਲਾ ਕੰਪਨੀ ਬਹੁਤ ਵੱਡੀ ਕੰਪਨੀ ਆ, ਗਰੋਸਰੀ ਕੰਪਨੀਆਂ ਜਿਹੜੀਆਂ 2-3 ਕੰਪਨੀਆਂ ਕੈਨੇਡਾ ਦੇ ਵਿੱਚ, ਉਹਨਾਂ ਦੇ ਵਿੱਚੋਂ ਇੱਕ ਕੰਪਨੀ ਆ ਤੇ ਇਹਨਾਂ ਦੀ ਮੋਨੋਪੋਲੀ ਆ। ਇੱਥੇ ਸਾਰਾ ਜਿਹੜਾ ਗਰੋਸਰੀ ਦਾ ਸਮਾਨ ਆ ਇਹੀ ਸਪਲਾਈ ਕਰਦੇ ਆ। ਲੋਬਲਾ ਇਹ ਕਹਿੰਦੇ ਆ ਕਿ ਸਾਨੂੰ ਜਿਹੜੇ ਸਾਡੇ ਸਪਲਾਇਰ ਨੇ, ਲੋਬਲਾ ਵੀ ਜਿੱਥੋਂ ਕਿਤੇ ਸਮਾਨ ਲੈ ਕੇ ਆਉਂਦੀ ਆ, ਉਹ ਸਾਨੂੰ ਇਹ ਕਹਿ ਰਹੇ ਆ ਵੀ ਕੀਮਤਾਂ ਵਧਾਓ। ਤੇ ਜਦੋਂ ਉਹ ਕੀਮਤਾਂ ਵਧਾਉਣ ਦੀ ਗੱਲਬਾਤ ਕਰ ਰਹੇ ਆ ਤੇ ਫਿਰ ਲੱਗਦਾ ਨਹੀਂ, ਇਹ ਕਹਿੰਦੇ ਵੀ ਮਹਿੰਗਾਈ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਠਾਕ ਹੋਊਗੀ। ਇਸ ਗੱਲ ਦਾ ਅੰਦਾਜ਼ਾ ਲੱਗ ਰਿਹਾ ਕਿ ਮਹਿੰਗਾਈ ਹਜੇ ਕਾਫੀ ਚਿਰ ਰਹੂਗੀ, ਕਿਉਂਕਿ ਲੋਬਲਾ ਬਹੁਤ ਵੱਡੀ ਜਿਹੜੀ ਗਰੋਸਰੀ ਦੀ ਕੰਪਨੀ ਆ ਇਸ ਵੇਲੇ। ਇਹ ਗਰੋਸਰੀ ਦੀ ਕੰਪਨੀ ਦੀਆਂ ਚੇਨ ਜਿਹੜੇ ਨੋ ਫਰਿਲਸ ਆ, ਰੀਅਲ ਕੈਨੇਡੀਅਨ ਸੁਪਰ ਸਟੋਰ ਆ, ਫੋਰਟੀਨੋਜ਼ ਆ, ਇਹ ਸਾਰੇ ਇਹਦੇ ਥੱਲੇ ਹੀ ਆਉਂਦੇ ਆ ਤੇ ਇਹ ਉਹਨਾਂ ਨੂੰ ਇਹੀ ਸਪਲਾਈ ਕਰਦੇ ਆ। ਤੇ ਇਹ ਇਸ ਵੇਲੇ ਪ੍ਰੈਡਿਕਟ ਕਰ ਰਹੇ ਆ ਕਿ ਬਾਕੀ ਮਹਿੰਗਾਈ ਦਾ ਪਤਾ ਨਹੀਂ ਪਰ ਖਾਣ ਪੀਣ ਦੀਆਂ ਚੀਜ਼ਾਂ ਸਸਤੀਆਂ ਨਹੀਂ ਹੋਣੀਆਂ। ਮਹਿੰਗਾਈ ਥੱਲੇ ਆ ਰਹੀ, ਆਪਾਂ ਪਹਿਲਾਂ ਵੀ ਖਬਰ ਕੀਤੀ ਆ, ਹਰ ਵਾਰੀ ਥੋੜ੍ਹੀ ਨਾ ਥੋੜ੍ਹੀ ਮਹਿੰਗਾਈ ਥੱਲੇ ਆ ਜਾਂਦੀ ਆ, ਪਰ ਗਰੋਸਰੀ ਦੀਆਂ ਕੀਮਤਾਂ ਹਜੇ ਵੀ ਥੱਲੇ ਨਹੀਂ ਆ ਰਹੀਆਂ। ਉਹ ਇਹ ਦੱਸਦੇ ਆ, ਕਹਿੰਦੇ 1000 ਸਪਲਾਇਰ ਰਿਕੁਐਸਟ ਆ ਸਾਡੇ ਕੋਲ ਇਸ ਵੇਲੇ ਡੈਸਕ ਦੇ ਉੱਤੇ ਜਿਹੜੇ ਕੋਸਟ ਇਨਕਰੀਜ਼ ਕਰਨ ਦੀ ਗੱਲਬਾਤ ਕਰ ਰਹੇ ਆ। ਤੇ ਉਹ ਕਹਿੰਦੇ ਵੀ ਇਹਦੇ ਵਿੱਚ ਹੁਣ ਲੱਗਦਾ ਨਹੀਂ ਕਿ ਜੇ ਹਿਸਾਬ ਨਾਲ ਇਹ ਕਹਿ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਕੀਮਤਾਂ ਥੱਲੇ ਹੋਣਗੀਆਂ। ਉਹ ਕਹਿੰਦੇ ਇਸ ਜਿਹੜਾ ਅਸੀਂ ਉਹ ਕਹਿੰਦੇ ਇਸ ਗੱਲ ਦੇ ਵਿੱਚ ਯਕੀਨ ਕਰਦੇ ਹਾਂ ਕਿ ਜਿਹੜਾ ਇਨਫਲੇਸ਼ਨ ਦਾ ਪ੍ਰੈਸ਼ਰ ਆ ਇਹ ਟੈਂਪਰੇਰੀਲੀ ਆ ਤੇ ਇਹਨੇ ਟਾਈਮ ਦੇ ਨਾਲ ਚਲੇ ਜਾਣਾ, ਪਰ ਉਹ ਕਹਿੰਦੇ ਸਾਨੂੰ ਲੱਗਦਾ ਕਿ ਟਾਈਮ ਇਹ ਇਸ ਵੇਲੇ ਲੰਬਾ ਆ। ਲੋਬਲਾ ਉਹ ਕੰਪਨੀ ਆ, ਇਹ ਜਿਹੜੀ ਪੇਰੈਂਟ ਕੰਪਨੀ ਆ ਗਰੋਸਰੀ ਚੇਨ, ਜਿਵੇਂ ਆਪਣੇ ਪ੍ਰੋਵੀਗੋ, ਜ਼ੈਹਰਸ, TNT ਜਾਂ ਜਿਹੜੇ ਡਰੱਗ ਸਟੋਰ ਨੇ, ਸ਼ੋਪਰ ਡਰੱਗ ਮਾਰਟ, ਇਹ ਸਾਰਿਆਂ ਨੂੰ ਸਪਲਾਈ ਕਰਨ ਵਾਲੀ ਇਹਨਾਂ ਦੀ ਪੇਰੈਂਟ ਕੰਪਨੀ ਇਹ ਆ। ਹੁਣ ਉਹ ਦੱਸ ਇਹ ਰਹੇ ਆ ਕਿ ਇਹਨਾਂ ਦੇ ਉੱਤੇ ਇਲਜ਼ਾਮ ਬਹੁਤ ਲੱਗਦੇ ਰਹੇ ਆ। ਲੋਕਾਂ ਨੇ ਕਿਹਾ ਸੀ ਵੀ ਇਹ ਜਿਹੜੀਆਂ ਵੱਡੀਆਂ ਕੰਪਨੀਆਂ ਇਹਨਾਂ ਦੀ ਜਾਂਚ ਪੜਤਾਲ ਕਰਾ ਕੇ ਇਹ ਦੇਖੋ ਵੀ ਇੱਕ ਪਾਸੇ ਤਾਂ ਹੋ ਸਕਦਾ ਪਿੱਛੋਂ ਸਮਾਨ ਨਹੀਂ ਆ ਰਿਹਾ ਤਾਂ ਕੈਨੇਡਾ ਦੇ ਵਿੱਚ ਮਹਿੰਗਾਈ ਆ, ਕਿਤੇ ਇਹ ਤਾਂ ਨਹੀਂ ਕਿ ਇਹ ਵਿੱਚੋਂ ਪੈਸੇ ਕਮਾਈ ਜਾਂਦੇ ਆ। NDP ਆਗੂ ਜਗਮੀਤ ਸਿੰਘ ਨੇ ਗੱਲਬਾਤ ਬਹੁਤ ਚੱਕੀ ਸੀ ਕਿ ਪਤਾ ਕਰੋ ਵੀ ਕਿਤੇ ਆਪਣੇ ਆਪ ਤਾਂ ਨਹੀਂ ਮਹਿੰਗਾਈ ਕੀਤੀ, ਉਹਦੇ 'ਚੋਂ ਨਿਕਲਿਆ ਕੁਛ ਨਹੀਂ ਸੀ। ਮਹਿੰਗਾਈ ਦਾ ਇਹਨਾਂ ਦਾ ਜੈਨੂਅਨ ਗੱਲ ਲੱਗਦੀ ਸੀ, ਪਰ ਇਹਨਾਂ ਦੇ ਪ੍ਰੋਫਿਟ ਦੇ ਵਿੱਚ ਬਹੁਤ ਵਾਧਾ ਹੋਇਆ ਇਹਨਾਂ ਕੰਪਨੀਆਂ ਦੇ ਵਿੱਚ। ਹੁਣ ਜਿਹੜਾ ਇਹਨਾਂ ਦੇ ਪ੍ਰੋਫਿਟ ਦੇ ਵਿੱਚ ਵਾਧਾ ਆ ਉਹ ਕਿਤੇ ਨਾ ਕਿਤੇ ਸਵਾਲ ਪੈਦਾ ਕਰਦਾ ਕਿ
ਇਹਦੇ ਵਿੱਚੋਂ ਪੈਸੇ ਬਣਾ ਕੌਣ ਰਿਹਾ ਆ। ਸੋ ਮਾਰਜਨ ਇਹਨਾਂ ਦਾ ਕਿੰਨਾ ਆ, ਕਿੰਨੇ ਪੈਸੇ ਇਹਨਾਂ ਦੇ ਬਣ ਰਹੇ, ਇਹਨਾਂ ਦੀ ਸ਼ੇਅਰ ਦੀ ਕੀਮਤ ਇਸ ਵੇਲੇ ਕਿੰਨੀ ਆ, ਤੇ ਇਹਦਾ ਰਿਟੇਲ ਦੇ ਵਿੱਚ ਜਿਹੜਾ ਮਾਰਜਨ ਆ ਉਹ ਕਿੰਨਾ ਆ। ਕਈ ਥਾਵਾਂ ਦੇ ਉੱਤੇ ਇਹਨਾਂ ਦਾ ਮਾਰਜਨ ਘਟਿਆ ਸੀ, ਪਰ ਓਵਰਆਲ ਇਹਨਾਂ ਦੀ ਕਾਫੀ ਜ਼ਿਆਦਾ ਜਿਹੜਾ ਪ੍ਰੋਫਿਟ ਆ ਲੋਬਲਾ ਦਾ 12% ਦੇ ਕਰੀਬ, ਯਾਨੀ ਕਿ $575 ਮਿਲੀਅਨ ਹੋ ਗਿਆ ਸੀ, ਜਿਹੜਾ ਕਿ ਇੱਕ ਕੁਆਟਰ ਦੇ ਵਿੱਚ ਪਹਿਲਾਂ $515 ਮਿਲੀਅਨ ਸੀ, ਉਹ ਮੁਨਾਫਾ 12% ਵੱਧ ਕੇ $575 ਮਿਲੀਅਨ ਹੋ ਗਿਆ ਇਸੇ ਕੁਆਟਰ ਦੇ ਵਿੱਚ 1 ਸਾਲ ਪਹਿਲਾਂ। ਹੁਣ ਇਹਦੇ ਵਿੱਚ ਜਿਹੜੀ ਗੱਲਬਾਤ ਹੁਣ ਦੱਸੀ ਜਾ ਰਹੀ ਆ ਕਿ ਇਹਨਾਂ ਨੇ ਪਹਿਲਾਂ ਹੀ, ਕਿਉਂਕਿ ਇਹਨਾਂ ਨੇ ਆਪਣੇ ਪ੍ਰਾਈਸ ਫਰੀਜ਼ ਕਰਤੇ ਸੀ ਪਿੱਛੇ, ਜੇ ਇਹਨਾਂ ਨੇ ਉਹ ਖਤਮ ਹੋ ਗਿਆ ਸੀ, ਬਾਅਦ ਦੇ ਵਿੱਚ ਇਹਨਾਂ ਨੇ ਅਨਾਊਂਸ ਕੀਤਾ ਸੀ ਕਿ ਅਸੀਂ ਆਪਣੇ ਪ੍ਰਾਈਸ ਜਿਹੜੇ ਆ ਉਹ ਫਰੀਜ਼ ਕਰ ਰਹੇ ਹਾਂ। ਤੇ ਹੁਣ ਇਹ ਕੰਪਨੀ ਕਹਿ ਰਹੀ ਆ ਕਿ ਸਾਨੂੰ ਪਿੱਛੋਂ ਕੀਮਤਾਂ ਵੱਧ ਦੀ ਗੱਲਬਾਤ ਹੋ ਰਹੀ ਆ, ਤਾਂ ਲੱਗਦਾ ਨਹੀਂ ਕਿ ਇਹ ਕੀਮਤਾਂ ਖਾਣ ਵਾਲੀਆਂ ਚੀਜ਼ਾਂ ਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਵਧਣਗੀਆਂ। ਇਹਨਾਂ ਦੀਆਂ ਕਈ ਚੀਜ਼ਾਂ ਦੇ ਵਿੱਚ ਰੈਵਨਿਊ ਇਹਨਾਂ ਦਾ ਵਧਿਆ ਆ। ਫੂਡ ਰਿਟੇਲ ਇਹਨਾਂ ਦੀ ਸਟੋਰਾਂ ਦੇ ਉੱਤੇ ਵਧੀ ਆ 8.4%, ਗਰੋਸਰੀ ਦੀਆਂ ਹੋਰ ਚੀਜ਼ਾਂ ਦੇ ਉੱਤੇ ਜਿਹੜੀ, ਕਿਉਂਕਿ ਇਹਨਾਂ ਦੀਆਂ ਦਵਾਈਆਂ ਵੀ ਆਉਂਦੀਆਂ, ਹੋਰ ਸਾਰਾ ਕੁਝ ਵੀ ਆਉਂਦਾ, ਫਲੂ ਦੀ ਮੈਡੀਕੇਸ਼ਨ, ਉਹਦੀਆਂ ਸੇਲ ਵੱਧ ਗਈ ਸੀ, ਉਹ ਸਾਰੀ ਸੇਲ ਦੇ ਵਿੱਚੋਂ ਇਹਨਾਂ ਨੂੰ ਜਿਹੜਾ ਪ੍ਰੋਫਿਟ ਹੋਇਆ। ਤੇ ਸਟੈਟਿਸਟਿਕਸ ਕੈਨੇਡਾ ਨੇ ਇਸ ਹਫ਼ਤੇ ਹੀ ਦੱਸਿਆ ਸੀ ਕਿ ਜਿਹੜਾ ਜਿਵੇਂ ਬਟਰ ਆ ਉਹਦੀ ਕੀਮਤ ਹੀ 19% ਦੇ ਵਿੱਚ ਸਾਲ ਦਰ ਸਾਲ ਵਾਧਾ ਹੋਇਆ, ਬ੍ਰੈਡ ਦੇ ਵਿੱਚ 18% ਵਾਧਾ ਹੋਇਆ, ਆਂਡਿਆਂ ਦੀ ਕੀਮਤ ਦੇ ਵਿੱਚ 15% ਵਾਧਾ ਹੋਇਆ, ਜਿਹੜਾ ਫਰੋਜ਼ਨ ਚਿਕਨ ਆ ਉਹਦੀ ਕੀਮਤ ਦੇ ਵਿੱਚ 14% ਵਾਧਾ ਦੱਸਿਆ ਜਾ ਰਿਹਾ ਸੀ। ਲੋਬਲਾ ਗਰੋਸਰੀ ਸਟੋਰਸ ਦੇ ਸ਼ਾਪਰ ਲਗਾਤਾਰ ਦੇਖ ਰਹੇ ਆ ਕਿ ਸਸਤੀਆਂ ਫੂਡ ਆਈਟਮਸ ਕਿਹੜੀਆਂ ਆ, ਉਹਨਾਂ ਨੂੰ ਲੈ ਰਹੇ ਆ, ਜਾਂ ਜਿਹੜੇ ਇਹਨਾਂ ਦੇ PC ਆਪਟੀਮਮ ਕਾਰਡ ਆ ਉਹਦੇ ਵਿੱਚ ਜਿਹੜੇ ਪੁਆਇੰਟ ਜਮ੍ਹਾਂ ਹੋਏ ਆ ਇਸ ਸਮੇਂ ਦੇ ਵਿੱਚ ਲੋਕਾਂ ਨੇ ਉਹ ਵੀ ਕਾਫੀ ਜ਼ਿਆਦਾ ਯੂਜ਼ ਕੀਤੇ ਆ। ਸੋ ਇਸ ਕੰਪਨੀ ਦੇ ਕਹਿਣ ਅਨੁਸਾਰ ਅਜੇ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਨਹੀਂ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਕੋਈ ਵੱਡੀ ਕਮੀ ਦੇਖਣ ਨੂੰ ਮਿਲੇਗੀ। ਅਗਲੀ ਗੱਲਬਾਤ ਦੋਸਤੋ ਸਰੀ ਮੈਮੋਰੀਅਲ ਹਸਪੀਟਲ ਬਾਰੇ ਆ। ਵੈਸੇ ਤਾਂ ਸਾਰੇ ਕੈਨੇਡਾ ਦੇ ਵਿੱਚ ਹੀ ਇਸ ਵੇਲੇ ਹੈਲਥ ਕੇਅਰ ਸਿਸਟਮ ਦੇ ਉੱਤੇ ਸਵਾਲ ਉੱਠ ਰਿਹਾ, ਪਰ ਪੈਂਡੈਮਿਕ ਤੋਂ ਪਹਿਲਾਂ ਵੀ ਸਰੀ ਮੈਮੋਰੀਅਲ ਹਸਪਤਾਲ ਬਾਰੇ ਅਕਸਰ ਗੱਲਾਂ ਬਾਤਾਂ ਹੁੰਦੀਆਂ ਸੀ ਕਿ ਇੱਥੇ ਸਰਵਿਸਿਜ਼ ਉਨੀਆਂ ਚੰਗੀਆਂ ਨਹੀਂ ਮਿਲਦੀਆਂ, ਜਾਂ ਸਟਾਫ ਇੰਨਾ ਨਹੀਂ ਆ, ਹਸਪਤਾਲ ਦੀ ਉਨੀ ਕਪੈਸਿਟੀ ਨਹੀਂ ਆ ਜਿੰਨੇ ਇੱਥੇ ਲੋਕ ਆ। ਤੇ ਇਹ ਫਿਰ ਇੱਥੇ ਕੁਦਰਤੀ ਆ ਵੀ ਇਲਾਜ ਲੋਕਾਂ ਦਾ ਚੰਗੀ ਤਰ੍ਹਾਂ ਨਹੀਂ ਹੁੰਦਾ। ਸਾਰੀ ਦੇ ਵਿੱਚ ਦੂਜਾ ਹਸਪਤਾਲ ਬਣਨਾ ਚਾਹੀਦਾ, ਇਹਦੀ ਮੰਗ ਵੀ ਇੱਕ ਪੋਲੀਟੀਕਲ ਖਿੱਦੋ ਖੁੰਡੀ ਬਣ ਕੇ ਰਹਿ ਜਾਂਦੀ ਹੈ। ਜਦੋਂ ਵੋਟਾਂ ਆਉਂਦੀਆਂ ਕੋਈ ਵੀ ਉਹਨਾਂ ਦੇ ਨੇੜੇ ਤੇੜੇ ਆ ਕੇ ਫਿਰ 4 ਦਿਨ ਰੌਲਾ ਪੈਣ ਲੱਗ ਜਾਂਦਾ ਕਿ ਦੂਜਾ ਹਸਪਤਾਲ ਬਣਾਓ, ਦੂਜਾ ਹਸਪਤਾਲ ਬਣਾਓ। ਜਦੋਂ ਵੋਟਾਂ ਚੱਲ ਜਾਂਦੀਆਂ ਗੱਲਬਾਤ ਫਿਰ ਆ ਜਾਂਦੀ। ਦੂਜੇ ਹਸਪਤਾਲ ਦੀ ਅਨਾਊਂਸਮੈਂਟ ਵੀ ਹੋ ਚੁੱਕੀ ਆ ਕਲੋਵਰਡੇਲ ਦੇ ਵਿੱਚ, ਪਰ ਬੜੇ ਚਿਰ ਦੀ ਅਨਾਊਂਸਮੈਂਟ ਹੀ ਆ। ਜਿਹੜੇ ਲੀਡਰ ਆ ਉਹ ਕਹਿੰਦੇ ਵੀ ਇਹਦੇ 'ਤੇ ਕੰਮ ਚੱਲ ਰਿਹਾ, ਇਹ ਕੋਈ ਘਰ ਬਣਾਉਣਾ ਨਹੀਂ ਜਿਹੜਾ ਮਹੀਨੇ 2 ਮਹੀਨਿਆਂ 'ਚ ਬਣ ਕੇ ਖੜਾ ਹੋ ਜਾਊਗਾ, ਇਹਨੂੰ ਸਮਾਂ ਲੱਗਣਾ। ਹੁਣ ਸਮਾਂ ਕਿੰਨਾ ਲੱਗਣਾ ਲੋਕਾਂ ਨੂੰ ਪਤਾ ਨਹੀਂ, ਉਹਦੇ ਬਾਰੇ ਵੀ ਤਰ੍ਹਾਂ ਦੀਆਂ ਗੱਲਾਂ ਆ। ਪਰ ਇਸ ਵੇਲੇ ਜਿਹੜਾ ਸਰੀ ਦੇ ਵਿੱਚ ਹਸਪਤਾਲ ਆ, ਸਰੀ ਮੈਮੋਰੀਅਲ ਹਸਪਤਾਲ, ਇਹ ਕਹਿੰਦੇ ਲੋਕਾਂ ਦੀਆਂ ਲੋੜਾਂ ਦੇ ਹਿਸਾਬ ਨਾਲ ਸਹੀ ਨਹੀਂ ਹੈ। ਇੱਥੇ ਸਰਵਿਸਿਜ਼ ਲੋਕਾਂ ਨੂੰ ਨਹੀਂ ਮਿਲ ਰਹੀਆਂ। 1400 ਸੀਰੀਅਸਲੀ ਇਲ ਪੇਸ਼ੈਂਟ, ਬਹੁਤ ਜ਼ਿਆਦਾ ਬਿਮਾਰ ਸੀ, ਉਹਨਾਂ ਨੂੰ ਸਰੀ ਮੈਮੋਰੀਅਲ ਹਸਪਤਾਲ ਤੋਂ ਪਿਛਲੇ ਸਾਲ ਟਰਾਂਸਫਰ ਕਰਨਾ ਪਿਆ, ਜਿਹੜੀ ਉਹਨਾਂ ਦੀ ਮਤਲਬ ਕੇਅਰ ਦੇ ਲਈ ਦੂਜੇ ਹਸਪਤਾਲਾਂ ਦੇ ਵਿੱਚ। ਜਿਹੜੀ ਰਿਪੋਰਟ ਦੱਸਦੀ ਆ ਕਿ ਸਰੀ ਬੋਰਡ ਆਫ ਟ੍ਰੇਡ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ, ਉਹਦੇ ਹਿਸਾਬ ਨਾਲ ਉਹ ਕਹਿੰਦੇ ਵੀ ਬਿਲਕੁਲ ਇੱਥੋਂ ਦੇ ਜਿਹੜੇ ਲੋਕ ਰਹਿਣ ਵਾਲੇ ਆ ਉਹਨਾਂ ਦੀ ਟ੍ਰੀਟਮੈਂਟ ਦੇ ਲਈ ਸਰੀ ਮੈਮੋਰੀਅਲ ਹਸਪਤਾਲ ਹੈ ਹੀ ਨਹੀਂ। ਜਿਹੜੇ 3 ਲੀਡਿੰਗ ਕਾਜ਼ ਆ ਇਸ ਵੇਲੇ ਲੋਕਾਂ ਦੀਆਂ ਮੌਤਾਂ ਦੇ, 3 ਕਾਰਨਾਂ ਕਰਕੇ ਸਭ ਤੋਂ ਵੱਧ ਲੋਕਾਂ ਦੀਆਂ ਮੌਤਾਂ ਹੁੰਦੀਆਂ। ਨੰਬਰ 1 ਹਾਰਟ ਅਟੈਕ, ਨੰਬਰ 2 ਸਟ੍ਰੋਕ ਆ, ਤੇ ਨੰਬਰ 3 ਟਰਾਮਾ ਆ। ਇਹ ਤਿੰਨਾਂ ਦਾ ਹੀ ਕਹਿੰਦੇ ਇੱਥੇ ਪ੍ਰਬੰਧ ਹੈ ਨਹੀਂ। ਇੱਕ ਲੌਂਗ ਟਰਮ ਐਮਰਜੈਂਸੀ ਰੂਮ ਫਿਜ਼ੀਸ਼ੀਅਨ ਨੇ ਸਰੀ ਦੇ ਵਿੱਚ, ਉਹਨਾਂ ਨੇ ਵੀ ਦੱਸਿਆ ਕਿ ਬਹੁਤ ਇੱਕ ਸਵੀਅਰ ਕੰਸਰਨ ਆ। ਉਹ ਕਹਿੰਦੇ ਇਹਨੂੰ ਜਿਹੜੇ ਬਿਮਾਰ ਪੇਸ਼ੈਂਟ ਸਰੀ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਟਰਾਂਸਫਰ ਕਰਨਾ ਪੈ ਰਿਹਾ ਬਾਹਰ ਕਿ ਸਾਡੇ ਕੋਲ ਹੈ ਨਹੀਂ। ਉਹਦੇ ਨਾਲ ਦੇਰੀ ਹੁੰਦੀ ਆ। ਡਿਲੇ ਦਾ ਮਤਲਬ ਸਿੱਧਾ ਹੀ ਆ ਕਿ ਉਹਦੀ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਨੂੰ ਬਿਮਾਰੀ ਦੇ ਵਿੱਚ ਡਿਲੇ ਕਰਨਾ ਤੇ ਉਹਦਾ ਨਤੀਜਾ ਕੀ ਨਿਕਲ ਸਕਦਾ। ਕੁਛ ਮਰੀਜ਼ਾਂ ਨੂੰ ਇਹ ਰਾਇਲ ਕੋਲੰਬੀਅਨ ਹਸਪੀਟਲ ਨੇ ਉਹ ਵੈਸਟਮਿੰਸਟਰ ਦੇ ਵਿੱਚ ਲੈ ਕੇ ਜਾਂਦੇ ਆ, ਕੁਛ ਨੂੰ ਵੈਨਕੂਵਰ ਜਨਰਲ ਹਸਪੀਟਲ ਦੇ ਵਿੱਚ ਲੈ ਕੇ ਜਾਂਦੇ। ਜਿਹੜਾ ਸਰੀ ਬੋਰਡ ਆਫ ਟ੍ਰੇਡ ਆ ਇਹਨਾਂ ਦੀ ਰਿਪੋਰਟ ਨੇ ਸਵਾਲ ਖੜੇ ਕੀਤੇ ਆ ਕਿ ਜਿਹੜਾ ਟ੍ਰੈਫਿਕ ਡਿਲੇ ਆ ਪੇਸ਼ੈਂਟ ਜਾਂ ਉਹਦੀ ਕੇਅਰ ਦੇ ਉੱਤੇ ਕੀ ਅਸਰ ਪੈਂਦਾ, ਜਦੋਂ ਜਿਹੜੇ ਹੈਲਥ ਕੇਅਰ ਪ੍ਰੋਫੈਸ਼ਨਲ ਆ ਉਹਦਾ ਕੀ ਅਸਰ ਪੈ ਰਿਹਾ। ਕਿ ਇਸ ਵੇਲੇ ਜਿਹੜੀ ਮਤਲਬ ਟ੍ਰੈਫਿਕ ਪੈਟਰਨ ਆ ਉਹਨੂੰ ਵੀ ਦੇਖਿਆ ਜਾਣਾ ਚਾਹੀਦਾ। ਇਹ ਅਨਐਕਸੈਪਟੇਬਲ ਆ ਕਿ ਇੱਕ ਬਿਹਤਰੀਨ ਮੁਲਕ ਦੇ ਵਿੱਚ ਤੁਹਾਡੇ ਕੋਲ ਇਲਾਜ ਦੇ ਲਈ ਪੱਕਾ ਪ੍ਰਬੰਧ ਨਾ ਹੋਵੇ। ਇਹ ਵੀ ਰਿਪੋਰਟਸ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੇ ਪੈਡੀਆਟ੍ਰਿਕਸ ਬੈੱਡ ਆ ਬੱਚਿਆਂ ਦੇ ਇਲਾਜ ਲਈ, ਜਿਹੜੇ ਹਸਪਤਾਲ ਦੇ ਵਿੱਚ ਬੈੱਡ ਆ ਉਹ ਪਹਿਲਾਂ 24 ਹੁੰਦੇ ਸੀ, ਹੁਣ 16 ਰਹਿ ਗਏ ਪਿਛਲੇ 20 ਸਾਲਾਂ ਦੇ ਵਿੱਚ। ਵੀ ਇਹ ਵਧਣੇ ਚਾਹੀਦੇ ਸੀ, ਇਹ ਉਹ ਤੋਂ ਵੀ ਘਟ ਗਏ।
ਵੀ ਘੱਟੋ ਘੱਟ ਜਿਹੜੀ ਸਰੀ ਬੋਰਡ ਆਫ ਟ੍ਰੇਡ ਨੇ ਇੱਕ ਬਹੁਤ ਚੰਗੀ ਗੱਲ ਕਹੀ ਆ, ਅਨੀਤਾ ਹੁਬਰਮੈਨ ਉਹਨਾਂ ਦੀ ਨੇ ਸਟੇਟਮੈਂਟ ਦਿੱਤੀ ਆ ਕਿ ਸਾਨੂੰ ਹੈਲਥ ਕੇਅਰ ਡਿਸੀਜਨਸ ਤੋਂ ਪੋਲੀਟਿਕਸ ਪਰੇ ਕਰਨੀ ਚਾਹੀਦੀ ਹੈ। ਮਤਲਬ ਹਸਪਤਾਲ ਦਾ ਮੁੱਦਾ ਵੋਟਾਂ ਦੇ ਨੇੜੇ ਕਿਉਂ ਅੱਗੇ ਆਉਂਦਾ? ਜੇ ਇਹ ਤਾਂ ਕੁਦਰਤੀ ਚੀਜ਼ ਹੋਣੀ ਚਾਹੀਦੀ ਆ ਵੀ ਇੱਕ ਥਾਂ ਦੇ ਉੱਤੇ ਮਰੀਜ਼ਾਂ ਦੀ ਗਿਣਤੀ ਇੰਨੀ ਆ, ਲੋਕ ਇੰਨੇ ਆ, ਉਹ ਮਰੀਜ਼ਾਂ ਦੀ ਗਿਣਤੀ ਵੱਧ ਗਈ ਤੇ ਇੱਕ ਹਸਪਤਾਲ ਆਪਣੇ ਆਪ ਬਣ ਜਾਵੇ। ਇਹਦੇ 'ਚ ਤਾਂ ਲੋਕਾਂ ਨੂੰ ਮੰਗ ਹੀ ਨਹੀਂ ਕਰਨੀ ਚਾਹੀਦੀ। ਪਰ ਜਿਹੜੇ NDP ਆ ਉਹ ਕਹਿੰਦੇ ਜੀ ਲਿਬਰਲ ਨੇ ਬਹੁਤ ਸਮਾਂ ਰਾਜ ਕੀਤਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਇਹਨਾਂ ਦਾ ਕੰਮ ਸੀ ਵੀ ਅਸੀਂ ਤਾਂ ਹਾਈਵੇ 10 ਤੇ 152 ਦੇ ਉੱਤੇ ਖੂੰਜੇ ਤੇ ਜ਼ਮੀਨ ਲਈ ਵੀ ਸੀਗੀ, ਇਹ ਲਿਬਰਲ ਵਾਲੇ ਉਹ ਜ਼ਮੀਨ ਵੇਚ ਗਏ ਵੀ ਹਸਪਤਾਲ ਬਣਾਉਣ ਲਈ ਜਿਹੜੀ ਜ਼ਮੀਨ ਲਈ ਸੀ ਉਹ ਵੀ ਵੇਚ ਗਏ। ਲਿਬਰਲ ਵਾਲੇ ਕਹਿੰਦੇ ਆ ਕਿ ਜਿਹੜਾ 3rd ਉਹਦੇ ਵਿੱਚ ਟਾਵਰ ਅੱਗੇ ਐਕਸਟੈਂਸ਼ਨ ਹੋਈ ਹੈ ਸਰੀ ਮੈਮੋਰੀਅਲ ਹਸਪਤਾਲ ਦੀ, ਅਸੀਂ ਉਹ ਕਰ ਦਿੱਤੀ ਤੇ ਉਹਦੀ ਕੀ ਲੋੜ ਸੀ। ਫਿਰ NDP ਕਹਿੰਦੀ ਕਿ ਅਸੀਂ ਹੁਣ ਨਵਾਂ ਹਸਪਤਾਲ ਬਣਾਵਾਂਗੇ, ਉਹ ਅਨਾਊਂਸ ਕਰ ਦਿੱਤਾ ਕਲੋਵਰਡੇਲ ਦੇ ਉੱਤੇ, ਤੇ ਉਹਦੇ ਕ੍ਰਿਟਿਕ ਕਹਿ ਰਿਹਾ ਵੀ ਅਸਲ 'ਚ ਹਸਪਤਾਲ ਹੈ ਹੀ ਨਹੀਂ ਉੱਥੇ ਸਰੀ ਮੈਮੋਰੀਅਲ ਹਸਪਤਾਲ ਵਰਗਾ, ਉਹ ਤੇ ਵੈਸੇ ਹੀ ਕੁਛ ਆ ਕਿ ਉਨੀਆਂ ਉਹਦੇ 'ਚ ਸਹੂਲਤਾਂ ਹੈ ਹੀ ਨਹੀਂ। ਸਾਡੇ ਹੈਲਥ ਮਿਨਿਸਟਰ ਨੇ ਏਡਰੀਅਨ ਡਿਕਸ, ਉਹਨਾਂ ਨੇ ਪਹਿਲੇ ਲਿਬਰਲਸ ਨੂੰ ਸਿੱਧਾ ਕਰ ਦਿੱਤਾ ਕਿ ਸਰੀ ਦੀਆਂ ਲੋੜਾਂ ਨੂੰ ਧਿਆਨ 'ਚ ਹੀ ਨਹੀਂ ਰੱਖਿਆ, ਵੀ ਇੰਨੇ ਸਾਲ ਉਹਨਾਂ ਨੇ ਨਹੀਂ ਰੱਖਿਆ ਤੇ ਹੁਣ ਉਹਦਾ ਨਤੀਜਾ ਸਿੱਧਾ ਹੈ ਕਿ ਹੈਲਥ ਕੇਅਰ ਸਿਸਟਮ ਸਾਰਾ ਡਗਮਗਾ ਗਿਆ। ਉਹ ਕਹਿੰਦੇ ਅਸੀਂ 2 ਅਰਜੈਂਟ ਕੇਅਰ ਜਿਹੜੇ ਪ੍ਰਾਇਮਰੀ ਕੇਅਰ ਸੈਂਟਰਸ ਨੇ ਉਹ ਇੱਥੇ ਬਣਾਏ ਆ ਤੇ ਅਸੀਂ ਹੋਰ ਵੀ ਅੱਗੇ ਬਣਾਈ ਜਾਵਾਂਗੇ ਜੋ ਕੁਝ ਕਰ ਸਕਦੇ ਹਾਂ। ਤੇ ਇੱਕ ਹਸਪਤਾਲ ਕਲੋਵਰਡੇਲ ਦੇ ਵਿੱਚ ਪਹਿਲਾਂ ਵੀ ਅਸੀਂ ਕਿਹਾ ਆ ਤੇ ਉਹ ਬਣ ਰਿਹਾ ਆ ਤੇ ਉਹਦੇ ਸਾਰਾ ਕੁਝ ਹੋ ਚੁੱਕਾ, ਉਹ ਵੀ ਅੱਗੇ ਬਣੀ ਜਾ ਰਿਹਾ ਹੈ। ਪਰ ਇਹ ਸਾਰੇ ਕੁਝ ਦੇ ਵਿੱਚ ਕਦੋਂ ਹਸਪਤਾਲ ਬਣਨਾ, ਕਦੋਂ ਸਰੀ ਹਸਪੀਟਲ ਦੇ ਵਿੱਚ ਹਾਲਤ ਹੋਣੀ ਆ, ਹਾਲਤ ਸੁਧਰਨੀ ਆ। ਲੋਕ ਇਸ ਵੇਲੇ ਇਸ ਗੱਲ ਦੇ ਲਈ ਚਿੰਤਤ ਨੇ ਕਿ ਲੋਕਾਂ ਨੂੰ ਸੇਵਾਵਾਂ ਨਹੀਂ ਮਿਲ ਰਹੀਆਂ, ਇੱਥੋਂ ਦੇ ਹਸਪਤਾਲ ਦੇ ਵਿੱਚੋਂ ਬਾਹਰ ਜਾਣਾ ਪੈ ਰਿਹਾ। ਔਰ ਕਿੰਨੇ ਕੇਸ ਹੋਏ ਸੀ ਕਿ ਇੱਕ ਔਰਤ ਇੱਥੇ ਉਹਦਾ ਮਤਲਬ ਬੱਚੇ ਨੂੰ ਉਹਨੇ ਜਨਮ ਦੇਣਾ ਸੀ ਤੇ ਉਹਨੂੰ ਕਿਹਾ ਕਿ ਤੂੰ ਘਰ ਚਲੇ ਜਾ ਹੁਣ, ਜਾਂ ਤੁਸੀਂ ਨਾ ਆਓ ਇੱਥੇ। ਤੇ ਜਦੋਂ ਵਾਪਸ ਆਏ ਤੇ ਉਹਨੂੰ ਫਲੋਰ ਦੇ ਉੱਤੇ ਉਹਨੇ ਬਾਹਰ ਰਿਸੈਪਸ਼ਨ ਦੇ ਉੱਤੇ ਬੱਚੇ ਨੂੰ ਜਨਮ ਦੇ ਦਿੱਤਾ ਸੀ। ਕਿੰਨੀ ਵਾਰੀ ਇੱਦਾਂ ਦੀਆਂ ਖਬਰਾਂ ਆਈਆਂ ਕਿ ਇਹਨਾਂ ਨੇ ਕੇਅਰ ਨਹੀਂ ਕੀਤੀ ਤੇ ਉਹਨਾਂ ਔਰਤਾਂ ਨੂੰ ਘਰ ਦੇ ਵਿੱਚ ਜਾਣਾ ਪਿਆ ਤੇ ਜਿਹੜੇ ਮਿਸਕੈਰੇਜਸ ਹੋ ਗਏ ਤੇ ਕਈ ਉਹਨਾਂ ਨੇ TV ਦੇ ਉੱਤੇ ਆ ਕੇ ਆਪ ਉਹਨਾਂ ਨੇ ਆਪਣੀ ਕਹਾਣੀ ਦੱਸੀ ਹੈ। ਇਸ ਮਾਮਲੇ ਦੇ ਵਿੱਚ ਹੁਣ ਸਰੀ ਬੋਰਡ ਆਫ ਟ੍ਰੇਡ ਨੇ ਗੱਲਬਾਤ ਕੀਤੀ ਆ। ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਜਿਹੜੇ ਹੈਲਥ ਮਿਨਿਸਟਰ ਆ ਉਹਦੇ ਨਾਲ ਮੀਟਿੰਗ ਵੀ ਕਰਵਾਵੋ ਤੇ ਅਸੀਂ ਸੁਣਨਾ ਚਾਹੁੰਦੇ ਹਾਂ ਵਾਪਸ ਕਿ ਕੀ ਇਹਦਾ ਹੈਗਾ ਤੇ ਇਹਦੇ ਬਾਰੇ ਕੁਛ ਨਾ ਕੁਛ ਜ਼ਰੂਰ ਕੀਤਾ ਜਾਣਾ ਚਾਹੀਦਾ। ਅਗਲੀ ਖਬਰ ਵੈਨਕੂਵਰ ਤੋਂ ਆ। ਵੈਨਕੂਵਰ ਦੇ ਵਿੱਚ ਜਿਹੜੀ ਇੱਕ ਰਿਪੋਰਟ ਆਈ ਆ, ਵੈਨਕੂਵਰ ਪੁਲਿਸ ਬੋਰਡ ਨੇ ਇੱਕ ਰਿਪੋਰਟ ਜਿਹੜੀ ਥਰਸਡੇ ਨੂੰ, ਜਿਹਦੇ ਵਿੱਚ ਡਿਟੇਲਸ ਦਿੱਤੇ ਗਏ ਆ ਪਬਲਿਕ ਸੇਫਟੀ ਇੰਡੀਕੇਟਰਸ 2022 ਦੇ ਈਅਰ ਐਂਡ ਦੀ ਸਮਰੀ ਹੈ, ਜਿਹਦੇ ਵਿੱਚ ਇਹ ਦਿਖ ਰਿਹਾ ਕਿ ਜਿਹੜਾ ਕ੍ਰਾਈਮ ਆ ਉਹਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਵਾਇਲੈਂਟ ਕ੍ਰਾਈਮ 4.1% ਵੱਧ ਗਿਆ ਸਾਲ ਦਰ ਸਾਲ ਦੇ, ਤੇ 12% ਇਹ ਜੰਪ ਕਰ ਗਿਆ 2017 ਤੇ 2019 ਦੀ ਐਵਰੇਜ ਦੇ ਨਾਲ। ਇਹ ਬਹੁਤ ਵੱਡਾ ਅੰਕੜਾ ਦੱਸਿਆ ਜਾ ਰਿਹਾ ਇਸ ਚੀਜ਼ ਦੇ ਵਿੱਚ। ਸੀਰੀਅਸ ਤੇ ਜਿਹੜੇ ਅਸੌਲਟਸ ਹੈਗੇ ਆ 30% ਵਧੇ ਆ ਪ੍ਰੀ ਪੈਂਡੈਮਿਕ ਦੀ ਐਵਰੇਜ ਤੋਂ। ਕ੍ਰਾਈਮ ਪਿਛਲੇ ਸਾਲ ਜਿਹੜਾ 500% ਵਧਿਆ ਐਂਟੀ ਏਸ਼ੀਅਨ ਇੰਸੀਡੈਂਟਸ ਤੇ, 500%। ਮਤਲਬ ਐਂਟੀ ਏਸ਼ੀਅਨ ਜਿਹੜੇ ਇੰਸੀਡੈਂਟਸ ਆ ਉਹ ਬਹੁਤ ਜ਼ਿਆਦਾ ਵਾਧਾ ਉਹਦੇ ਵਿੱਚ ਹੋਇਆ ਵੈਨਕੂਵਰ ਦੇ ਵਿੱਚ। ਇਸੇ ਤਰ੍ਹਾਂ ਸਾਈਬਰ ਕ੍ਰਾਈਮ ਬਹੁਤ ਵਧਿਆ, 75% ਦੇ ਕਰੀਬ ਐਵਰੇਜ ਤੋਂ ਵੱਧ ਗਿਆ। ਸਾਈਬਰ ਕ੍ਰਾਈਮ ਸਟੈਟਸ ਜਿਹੜੀਆਂ ਉਹਦੇ ਵਿੱਚ ਪਰਸਨਲ ਸੇਫਟੀ ਜਾਂ ਫਾਈਨੈਂਸ਼ੀਅਲ ਸਿਕਿਉਰਿਟੀ ਦੇ ਥ੍ਰੈਟਸ ਜਿਹੜੇ, ਤੇ ਦੂਜਾ ਜਿਹੜਾ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਆ ਉਹ ਵੀ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਸੋ ਇਸ ਰਿਪੋਰਟ ਦੇ ਨਾਲ ਕਈ ਗੱਲਾਂ ਸਾਹਮਣੇ ਆਉਂਦੀਆਂ ਕਿ ਇਹਦੇ ਲਈ ਜ਼ਿੰਮੇਵਾਰ ਕੌਣ ਆ, ਕੀ ਪੁਲਿਸ ਹੋਰ ਚਾਹੀਦੀ ਆ। ਔਰ ਇਹ ਵੀ ਆ ਕਿ ਲੋਕ ਜਿਹੜੀਆਂ ਕਈ ਅਸੌਲਟਸ ਨੇ, ਜਿਵੇਂ ਸੈਕਸ਼ੂਅਲ ਅਸੌਲਟਸ ਨੇ, ਉਹਨਾਂ ਨੂੰ ਰਿਪੋਰਟ ਹੀ ਨਹੀਂ ਕਰ ਰਹੇ। ਪ੍ਰੋਪਰਟੀ ਕ੍ਰਾਈਮ ਦੇ ਵਿੱਚ 7.6% ਸਾਲ ਦਰ ਸਾਲ ਵਾਧਾ ਹੋਇਆ। ਵੈਨਕੂਵਰ ਪੁਲਿਸ ਡਿਪਾਰਟਮੈਂਟ ਇਹ ਕਰ ਰਹੇ ਆ ਕਿ ਜਿਹੜੇ ਪਬਲਿਕ ਹੈਲਥ ਆਰਡਰਸ ਨੇ ਉਹਨਾਂ ਦੇ ਉੱਤੇ ਧਿਆਨ ਨਾਲ ਗੱਲਬਾਤ ਕੀਤੀ ਜਾਵੇ। ਤੇ ਇਹ ਵੀ ਪਤਾ ਲੱਗਾ ਕਿ ਜਿਹੜੇ ਇੰਸੀਡੈਂਟਸ ਨੇ ਉਹਨਾਂ ਦੇ ਜਿਹੜੇ ਹਰ ਤਰ੍ਹਾਂ ਦੇ ਇੰਸੀਡੈਂਟਸ ਦੇ ਵਿੱਚ ਹੁਣ ਪ੍ਰੀ ਪੈਂਡੈਮਿਕ ਸਮੇਂ ਨਾਲੋਂ ਵੀ ਵਾਧਾ ਹੋ ਰਿਹਾ ਆ। ਹੁਣ ਪ੍ਰੋਪਰਟੀ ਕ੍ਰਾਈਮ ਦੇ ਉੱਤੇ ਲੋਕ ਰਿਪੋਰਟ ਨਹੀਂ ਕਰਦੇ, ਕਈ ਵਾਰੀ ਉਹ ਕਹਿੰਦੇ ਵੀ ਇਹ ਕ੍ਰਾਈਮ ਕਰਨਾ ਚਾਹੀਦਾ ਆ। ਤੇ ਤੁਹਾਨੂੰ ਪਤਾ ਕਿ ਇਸ ਵੇਲੇ 60 ਦੇ ਕਰੀਬ ਯੂਨੀਫਾਰਮਡ ਆਫਿਸਰ ਪੈਟਰੋਲ ਦੇ ਉੱਤੇ 24 ਘੰਟੇ 7 ਦਿਨ ਵੈਨਕੂਵਰ ਦੇ ਵਿੱਚ ਹੁੰਦੇ ਆ। ਤੇ ਜਿਹੜੇ 40 ਕੁ ਨੇ ਉਹ ਬਿਹਾਈਂਡ ਦਾ ਸੀਨ ਸਟਾਫ ਆ, ਜਿਹੜਾ ਮੈਂਟਲ ਹੈਲਥ ਆਫਿਸਰਸ ਕੰਮ ਕਰ ਰਹੇ ਆ ਵੈਨਕੂਵਰ ਕੋਸਟਲ ਹੈਲਥ ਦੇ ਨਾਲ, ਡੋਮੈਸਟਿਕ ਵਾਇਲੈਂਸ ਦੇ ਨਾਲ, ਇਸੇ ਤਰ੍ਹਾਂ ਚਾਈਲਡ ਐਕਸਪਲੋਇਟੇਸ਼ਨ ਦੇ ਨਾਲ,
ਮਿਸਿੰਗ ਪਰਸਨਸ ਦੇ ਨਾਲ, ਤੇ ਹੋਰ ਸਾਰਾ ਕੁਝ ਵੀ ਇਹਦੇ ਨਾਲ ਚੱਲ ਰਿਹਾ ਹੈ। ਸੋ ਇਹ ਵਾਧਾ ਉਹ ਕਹਿੰਦੇ ਬਹੁਤ ਹੈਰਾਨੀ ਵਾਲਾ ਤਾਂ ਨਹੀਂ ਹੈ ਪੈਂਡੈਮਿਕ ਤੋਂ ਬਾਅਦ, ਪਰ ਇਹ ਹੈ ਕਿ ਵੈਨਕੂਵਰ ਦੇ ਟੈਕਸਪੇਅਰ ਪਹਿਲਾਂ ਹੀ ਬਹੁਤ ਪੇ ਕਰ ਰਹੇ ਆ। ਵੈਨਕੂਵਰ ਪੁਲਿਸ ਡਿਪਾਰਟਮੈਂਟ ਸਭ ਤੋਂ ਜ਼ਿਆਦਾ ਪਰ ਕੈਪੀਟਾ ਸਪੈਂਡਿੰਗ ਕਰ ਰਿਹਾ ਆ ਸਿਵਿਕ ਲਾਅ ਇਨਫੋਰਸਮੈਂਟ ਏਜੰਸੀ ਜਿਹੜੀ ਹੈ ਕੈਨੇਡਾ ਦੇ ਵਿੱਚ। $458 ਪਰ ਕੈਪੀਟਾ ਜਿਹੜੇ ਜਾ ਰਹੇ ਆ, 411 ਜਿਹੜੇ ਪਰ ਪਰਸਨ ਆ ਉਹ ਐਡਮਿੰਟਨ ਦੇ ਵਿੱਚ ਆ। ਇਹਦਾ ਅੰਦਾਜ਼ਾ ਇੱਥੋਂ ਹੀ ਲਾਇਆ ਜਾ ਸਕਦਾ, ਜਿਹੜੀ ਰੀਸੈਂਟ ਰਿਪੋਰਟ ਆ VPD ਦੀ ਸਾਹਮਣੇ ਆਈ ਆ। ਜਿਹੜੀ ABC ਪਾਰਟੀ ਹੁਣ ਸਾਰੀ ਉੱਥੇ ਵੈਨਕੂਵਰ ਦੇ ਵਿੱਚ ਮਾਫੀ ਚਾਹੁੰਦੇ ਆ ਇਲੈਕਟ ਹੋਈ ਆ, ਉਹਨਾਂ ਨੇ ਆਪਣੇ ਇਲੈਕਸ਼ਨ ਪਲੇਟਫਾਰਮ ਦੇ ਵਿੱਚ ਹੀ ਕਿਹਾ ਸੀ ਕਿ ਇੰਨਾ ਅਸੀਂ ਜਿਹੜਾ ਇਹਦੇ ਵਿੱਚ ਵਾਧਾ ਕਰਾਂਗੇ, ਤੇ ਇਸ ਤਰੀਕੇ ਦੇ ਨਾਲ ਜਿਹੜਾ ਪ੍ਰੋਪਰਟੀ ਟੈਕਸ ਆਈ ਆ ਉਹਦੀ ਗੱਲਬਾਤ ਚੱਲੀ ਸੀ। ਹੁਣ ਉਹ ਕਹਿੰਦੇ ਅਸੀਂ ਕੁਛ ਚਾਹੁੰਦੇ ਆ ਕਿ ਇਹਦਾ ਰੂਟ ਕਾਜ਼ ਲੱਭਿਆ ਜਾਵੇ, ਵਾਇਲੈਂਟ ਕ੍ਰਾਈਮ ਦਾ, ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਵੇ। ਪਹਿਲਾਂ ਹੀ ਉਹਨਾਂ ਨੇ ਪੁੱਛਿਆ ਵੈਨਕੂਵਰ ਡਿਪਾਰਟਮੈਂਟ ਨੂੰ, ਇੱਕ ਪੱਤਰਕਾਰ ਨੇ, ਕਿ ਕੀ ਤੁਹਾਨੂੰ ਹੋਰ ਪੈਸੇ ਚਾਹੀਦੇ ਆ। ਸਭ ਤੋਂ ਜ਼ਿਆਦਾ ਪਹਿਲਾਂ ਹੀ ਜਿਹੜਾ ਪਾਪੂਲੇਸ਼ਨ ਬੇਸ ਦੇ ਹਿਸਾਬ ਨਾਲ ਪੈਸਾ ਇਸ ਪਾਸੇ ਜਾ ਰਿਹਾ ਆ, ਤੇ ਉਹਨਾਂ ਨੇ ਇਹ ਕਿਹਾ ਵੀ ਨਹੀਂ, ਇਹਦੇ ਵਿੱਚ ਇਹ ਨਹੀਂ ਹੈ, ਕਿਉਂਕਿ ਇਹ ਇੱਕ ਟਾਇਰ ਪ੍ਰੋਵਿੰਸ ਦੀ ਹੱਬ ਆ ਵੈਨਕੂਵਰ, ਤੇ ਕ੍ਰਾਈਮ ਸਿਟੀ ਦੇ ਵਿੱਚ ਹਮੇਸ਼ਾ ਹੀ ਇੱਥੇ ਬਾਕੀਆਂ ਨਾਲੋਂ ਜ਼ਿਆਦਾ ਰਹਿੰਦਾ ਆ, ਤੇ ਇਹਦੀ ਆਪਣੀ ਇੱਕ ਪਾਪੂਲੇਸ਼ਨ ਦੀ ਜਿਹੜੀ ਪ੍ਰੋਬਲਮ ਆ, ਤੇ ਉਹਦੇ ਉੱਤੇ ਹੁਣ ਗੱਲਬਾਤ ਇਹ ਇਸ ਵੇਲੇ ਚੱਲ ਰਹੀ ਹੈ। ਅਗਲੀ ਗੱਲਬਾਤ ਦੋਸਤੋ ਆਪਾਂ ਇੱਕ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਦੀ ਸਟੇਟਮੈਂਟ ਦੀ ਕਰਨੀ ਹੈ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਇੱਕ ਨਿਖੇਧੀ ਕੀਤੀ ਆ ਕਿ ਜਰਮਨ ਦੀ ਇੱਕ ਬਿਲਕੁਲ ਸੱਜੇ ਪੱਖੀ ਮੰਨੀ ਜਾਂਦੀ ਪੋਲੀਟੀਸ਼ੀਅਨਸ ਕੈਨੇਡਾ ਦੇ ਵਿੱਚ ਆ ਕੇ ਇੱਥੋਂ ਦੇ ਇਹਨਾਂ ਦੇ 3 ਮੈਂਬਰ ਪਾਰਲੀਮੈਂਟ ਨੂੰ ਮਿਲ ਕੇ ਗਈ ਆ ਆਪਣੇ ਕੈਨੇਡੀਅਨ ਟੂਰ ਦੇ ਦੌਰਾਨ, ਤੇ ਉਹ ਸਿੱਧੀ ਫਰੀडम ਕਨਵੋਏ ਮੂਵਮੈਂਟ ਦੀ ਸਪੋਰਟ ਕਰ ਰਹੀ ਹੈ। ਜਰਮਨ ਦੀ ਇੱਕ ਸੱਜੇ ਪੱਖੀ ਲੀਡਰ ਕ੍ਰਿਸਟੀਨ ਐਂਡਰਸਨ ਇਹਦਾ ਨਾਂ ਆ, ਕੈਨੇਡਾ ਦੇ ਟੂਰ ਤੇ ਆਈ। ਕੈਨੇਡਾ ਦੇ ਟੂਰ ਦੇ ਉੱਤੇ ਆ ਕੇ ਉਹਨੇ ਸਪੋਰਟ ਕੀਤੀ ਹੈ ਫਰੀडम ਕਨਵੋਏ ਦੀ। ਫਰੀडम ਕਨਵੋਏ ਤੁਹਾਨੂੰ ਪਤਾ ਕਿ ਪਿਛਲੇ ਸਾਲ ਆਟਵਾ ਦੇ ਵਿੱਚ ਜਿਹੜੇ ਟਰੱਕਰ ਇਕੱਠੇ ਹੋ ਕੇ ਉੱਥੇ ਉਹਨਾਂ ਨੇ ਜੋ ਕੁਛ ਕੀਤਾ ਸੀ ਵੀ ਜਿਹੜੇ ਇਹ ਵੈਕਸੀਨ ਮੈਂਡੇਟ ਆ ਇਹਦੇ ਖਿਲਾਫ ਮੁਜ਼ਾਹਰੇ ਕੀਤੇ ਸੀ, ਤੇ ਮੁੜ ਕੇ ਪਹਿਲੀ ਵਾਰ ਕੈਨੇਡਾ ਦੇ ਇਤਿਹਾਸ ਦੇ ਵਿੱਚ ਐਮਰਜੈਂਸੀ ਐਕਟ ਯੂਜ਼ ਕਰਨਾ ਪਿਆ ਸੀ ਸਰਕਾਰ ਨੂੰ, ਤੇ ਉਹਦੇ ਸਬੰਧ ਦੇ ਵਿੱਚ ਜਿਸ ਕਿਸਮ ਦਾ ਵਿਰੋਧ ਹੋਇਆ ਸੀ, ਤੇ ਜਿੱਦਾਂ ਸਰਕਾਰ ਨੂੰ ਉੱਥੇ ਇਹਨਾਂ ਨੂੰ ਸਾਰਿਆਂ ਨੂੰ ਖਦੇੜਨਾ ਪਿਆ ਸੀ, ਉਹਨਾਂ ਦੇ ਉੱਤੇ ਚਾਰਜ ਲੱਗੇ ਸੀ, ਤੇ ਇਹ ਜਿਹੜੀ ਕ੍ਰਿਸਟੀਨ ਐਂਡਰਸਨ ਆ ਜਰਮਨ ਤੋਂ ਆ ਕੇ ਉਹਨਾਂ ਦੀ ਸਪੋਰਟ ਕਰ ਰਹੀ ਆ ਵੀ ਤੁਸੀਂ ਜੋ ਕਰ ਰਹੇ ਆ ਠੀਕ ਕਰ ਰਹੇ ਆ। ਉਹਨਾਂ ਨੂੰ ਕੰਜ਼ਰਵੇਟਿਵ ਪਾਰਟੀ ਦੇ 3 ਮੈਂਬਰ ਪਾਰਲੀਮੈਂਟ ਮਿਲੇ ਆ, ਤੇ ਉਹਨਾਂ ਦੀਆਂ ਫੋਟੋ ਸਾਹਮਣੇ ਆਈਆਂ, ਤੇ ਇਸ ਗੱਲ ਦੀ ਹੁਣ ਉਹਨਾਂ ਦੇ ਲੀਡਰ ਪੀਅਰ ਪੋਲੀਏਵ ਨੇ ਉਹਦੀ ਨਿਖੇਧੀ ਕੀਤੀ ਆ ਵੀ ਇਹ ਗਲਤ ਆ। ਯੂਰਪੀਅਨ ਪਾਰਲੀਮੈਂਟ ਮੈਂਬਰ ਆ ਇਹ। ਤੁਹਾਨੂੰ ਯਾਦ ਹੋਊਗਾ ਜਦੋਂ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਯੂਰਪੀਅਨ ਪਾਰਲੀਮੈਂਟ ਦੇ ਨੂੰ ਸੰਬੋਧਨ ਕਰਨ ਗਏ ਸੀ, ਤਾਂ ਇਸ ਬੀਬੀ ਨੇ ਸਭ ਤੋਂ ਵੱਧ ਉਹਨਾਂ ਦਾ ਵਿਰੋਧ ਕੀਤਾ ਸੀ, ਔਰ ਇਹ ਕਿਹਾ ਸੀ ਕਿ ਤੁਸੀਂ ਧੱਬਾ ਕਲੰਕ ਆ ਤੁਹਾਡਾ, ਤੁਸੀਂ ਡੈਮੋਕ੍ਰੇਸੀ ਦੇ ਉੱਤੇ ਜੋ ਕੁਛ ਤੁਸੀਂ ਉੱਥੇ ਫਰੀडम ਕਨਵੋਏ ਦੇ ਨਾਲ ਕੀਤਾ। ਤੇ ਇਹ ਇੱਥੇ ਜਦੋਂ 4 ਸਟਾਪ ਇਹਨਾਂ ਨੇ ਕੈਨੇਡਾ ਦੇ ਵਿੱਚ ਕੀਤੇ ਆ, ਤੇ ਕੈਲਗਰੀ, ਟੋਰਾਂਟੋ, ਵਿਟਬੇ, ਓਨਟਾਰੀਓ ਦੇ ਵਿੱਚ, ਹੁਣ ਇਹ ਬਿਲਕੁਲ ਸੱਜੇ ਪੱਖੀ ਸੋਚ ਆ ਉਹਨਾਂ ਦੀ, ਫਾਰ ਰਾਈਟ ਥਿੰਕਿੰਗ। ਹੁਣ ਫਾਰ ਰਾਈਟ ਜਾਂ ਸੱਜੇ ਪੱਖੀ ਕਹਿੰਦੇ ਕਿਹਨੂੰ ਆ, ਇਹ ਕਰਦੇ ਕੀ ਆ, ਇਹ ਸਾਂਝ ਕੀ ਆ ਕਿ ਕਿਸੇ ਵੇਲੇ ਜਿਹੜੇ ਉੱਥੇ ਰਿਪਬਲਿਕਨਸ ਨੇ ਅਮਰੀਕਾ ਦੇ ਵਿੱਚ, ਡੋਨਲਡ ਟਰੰਪ, ਇਹ ਕ੍ਰਿਸਟੀਨ ਐਂਡਰਸਨ, ਤੇ ਇੱਥੋਂ ਦੇ ਕੰਜ਼ਰਵੇਟਿਵ ਜਾਂ ਜਿਹੜੇ ਇਹ ਫਰੀडम ਕਨਵੋਏ ਵਾਲੇ ਆ, ਇਹਨਾਂ ਨੂੰ ਕਈ ਵਾਰੀ ਇਹ ਕਹਿ ਦਿੱਤਾ ਜਾਂਦਾ ਕਿ ਇਹ ਫਾਰ ਰਾਈਟ ਨੇ ਜਾਂ ਰਾਈਟ ਜਿਹੜੇ ਥਿੰਕਿੰਗ ਵਾਲੇ ਨੇ, ਰਾਈਟਿਸਟ ਨੇ, ਸੱਜੇ ਪੱਖੀ ਨੇ। ਇਹਦਾ ਮਤਲਬ ਕੀ ਹੈ, ਇੱਕ ਪੋਲੀਟੀਕਲ ਅਸਲ 'ਚ ਜਿਹੜਾ ਫਾਰ ਰਾਈਟ ਹੋਣਾ ਜਾਂ ਸੱਜੇ ਪੱਖੀ ਹੋਣਾ ਇੱਕ ਪੋਲੀਟੀਕਲ ਆਈਡੀਓਲੋਜੀ ਆ, ਜਿਹਦੇ ਵਿੱਚ ਕਈ ਬਲੀਫ ਤੇ ਵੈਲਿਊਜ਼ ਨੇ ਇਹਨਾਂ ਦੇ ਆਪਣੇ, ਕਿ ਐਕਸਟ੍ਰੀਮ ਨੈਸ਼ਨਲਿਜ਼ਮ ਹੁੰਦਾ ਇਹਨਾਂ ਦੇ ਵਿੱਚ, ਤੇ ਅਥੋਰਿਟੇਰੀਅਨਿਜ਼ਮ ਹੁੰਦਾ, ਇਸੇ ਤਰ੍ਹਾਂ ਐਂਟੀ ਇਮੀਗ੍ਰੈਂਟ ਸੈਂਟੀਮੈਂਟਸ ਹੁੰਦੇ ਆ ਆਮ ਤੌਰ 'ਤੇ ਇਹਨਾਂ ਦੇ ਵਿੱਚ, ਜਾਂ ਐਂਟੀ ਗਲੋਬਲਿਜ਼ਮ ਹੁੰਦੇ ਆ, ਐਂਟੀ ਫੈਮਿਨਿਜ਼ਮ ਹੁੰਦੇ, ਔਰਤਾਂ ਦੇ ਖਿਲਾਫ ਜਾਂ ਬਾਹਰੋਂ ਬੰਦੇ ਨਹੀਂ ਆਉਣੇ ਚਾਹੀਦੇ, ਐਂਟੀ LGBTQ ਵੀ ਰਾਈਟਸ ਦੇ ਉੱਤੇ ਵੀ ਹੁੰਦੇ ਆ। ਉਸ ਕਿਸਮ ਦੀ ਇੱਕ ਜਿਹੜੀ ਕੋਰ ਮਤਲਬ ਫਾਰ ਰਾਈਟ ਥਿੰਕਿੰਗ ਜਿਹੜੀ ਇੱਕ ਰੇਸ ਦੀ ਸੁਪੀਰੀਅਰਿਟੀ ਦੱਸਦੀ ਆ ਕਿ ਆਹ ਰੇਸ ਜਾਂ ਅਸੀਂ ਸਾਰਿਆਂ ਨਾਲੋਂ ਸੁਪੀਰੀਅਰ ਆ, ਸਾਡਾ ਦੇਸ਼, ਸਾਡੀ ਨੇਸ਼ਨ ਹੀ ਸਾਰਿਆਂ ਤੋਂ ਜ਼ਿਆਦਾ ਸੁਪੀਰੀਅਰ ਆ, ਤੇ ਬਾਕੀ ਇੱਥੇ ਕੋਈ ਵੀ ਨਹੀਂ ਆਉਣਾ ਚਾਹੀਦਾ। ਜਿਹੜੀ ਸਟ੍ਰਿਕਟ ਇਮੀਗ੍ਰੇਸ਼ਨ ਪਾਲਿਸੀਜ਼ ਹੁੰਦੀਆਂ ਕਿ ਕੋਈ ਇੱਥੇ ਆ ਕੇ ਸਾਨੂੰ ਜਿਹੜੀ ਸਾਡੀ ਪਿਓਰਿਟੀ ਆ ਉਹਨੂੰ ਖਰਾਬ ਨਾ ਕਰ ਜਾਵੇ, ਇਹ ਫਾਰ ਰਾਈਟ ਥਿੰਕਿੰਗ ਮੰਨੀ ਜਾਂਦੀ। ਔਰ ਹਰ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਹੈਗੇ ਆ ਜਿਹੜੇ ਲਿਬਰਲ ਡੈਮੋਕ੍ਰੈਟਿਕ ਵੈਲਿਊਜ਼ ਆ ਉਹਨੂੰ ਰਿਜੈਕਟ ਕਰਦੇ ਆ। ਇਹ ਜਿਵੇਂ ਕਈ ਵਾਰੀ ਲੋਕ ਗੱਲ ਕਰਦੇ ਨਾ ਇਕੁਐਲਿਟੀ ਦੀ, ਇੰਡੀਵਿਜੂਅਲ ਰਾਈਟਸ ਦੀ, ਜਾਂ ਰੂਲ ਆਫ ਲਾ ਦੀ, ਇਹ ਉਹਨਾਂ ਸਾਰੀਆਂ ਨੂੰ ਰਿਜੈਕਟ ਕਰਦੇ ਵੀ ਨਹੀਂ ਇੱਕੋ ਜਿਹੜੀ ਰੇਸ ਹੁੰਦੀ। ਕਿਸੇ ਦੇਸ਼ 'ਚ ਕੋਈ ਆਪਣੇ ਆਪ ਨੂੰ ਸਮਝਦਾ, ਕਿਸੇ ਦੇਸ਼ ਦੇ ਵਿੱਚ ਕੋਈ ਸਮਝਦਾ। ਇੱਕ ਮਤਲਬ
ਅਥੋਰੀਟੇਰੀਅਨ ਟੈਂਡੈਂਸੀ ਹੁੰਦੀ ਇਹਨਾਂ ਦੀ, ਇੱਕ ਸਮਝਦੇ ਆ ਕਿ ਅਸੀਂ ਸਭ ਤੋਂ ਉੱਚੇ ਹਾਂ। ਤੇ ਇਹ ਬੀਬੀ ਦੀ ਵੀ ਉਹੀ ਥਿੰਕਿੰਗ ਆ। ਤੇ ਉਹ ਇੱਥੇ ਆ ਕੇ ਜਦੋਂ ਉਹਨਾਂ ਨੂੰ ਫਾਰ ਰਾਈਟ ਐਕਟਿਵਿਸਟ ਦੇ ਨਾਲ ਮਿਲ ਰਹੀ ਆ ਤੇ ਇਹ ਖਬਰ ਫਿਰ ਚਰਚਾ ਦੇ ਵਿੱਚ ਆ ਗਈ, ਉਹ ਫੋਟੋ ਬਾਹਰ ਆ ਗਈਆਂ। ਤੇ ਇਹਨਾਂ ਫੋਟੋਆਂ ਦੇ ਉੱਤੇ ਫਿਰ ਜਦੋਂ ਗੱਲਬਾਤ ਚੱਲੀ ਤਾਂ ਇਹਨਾਂ ਦੇ ਲੀਡਰ ਜਿਹੜੇ ਪੀਅਰ ਪੋਲੀਏਵ ਨੇ, ਉਹਨਾਂ ਨੇ ਹੁਣ ਇਹਨੂੰ ਡਿਨਾਊਂਸ ਕੀਤਾ, ਇਹਦੀ ਨਿਖੇਧੀ ਕੀਤੀ ਆ ਵੀ ਇਹ ਗਲਤ ਆ, ਇਹਨਾਂ ਦਾ ਇੱਥੇ ਇਸ ਤਰ੍ਹਾਂ ਆ ਕੇ ਇਹ ਗੱਲਬਾਤ ਕਰਨੀ ਇਹ ਨਹੀਂ ਚਾਹੀਦੀ। 3 ਅੰਟੈਰੀਓ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਕੋਲਨ ਕੈਰੀ, ਡੀਨ ਐਲਿਸਨ ਤੇ ਫਾਰਮਰ ਲੀਡਰਸ਼ਿਪ ਜਿਹੜੇ ਕੰਟੈਂਡਰ ਸੀਗੇ ਲੈਜ਼ਨ ਲੇਵਿਸ਼, ਇਹਨਾਂ ਸਾਰਿਆਂ ਦੀ ਫੋਟੋ ਐਂਡਰਸਨ ਦੇ ਨਾਲ ਸਾਹਮਣੇ ਆਈ ਹੈ ਇਸੇ ਹਫ਼ਤੇ ਦੇ ਵਿੱਚ। ਤੇ ਇਹਨਾਂ ਨੇ ਜਿਹੜੀ ਪਾਰਟੀਸਪੇਸ਼ਨ ਆ ਇਹਨੂੰ ਸੈਂਟਰ ਫਾਰ ਇਜ਼ਰਾਈਲ ਐਂਡ ਜੂਇਸ਼ ਅਫੇਅਰਸ ਨੇ ਇੱਕ ਜਿਹੜਾ ਉਹ ਨੋਟ ਕੀਤਾ ਆ। ਸੋ ਇਹਦੇ ਉੱਤੇ ਉਹ ਕਹਿੰਦੇ ਅਸੀਂ ਕਾਫੀ ਜ਼ਿਆਦਾ ਕੰਸਰਨਡ ਆ ਇਹਦੇ ਉੱਤੇ, ਪੀਅਰ ਪੋਲੀਏਵ ਨੇ ਇਹ ਕਿਹਾ ਆ। ਤੇ ਜੇ ਮਤਲਬ ਉਹ ਕਹਿੰਦੇ ਵੀ ਚੰਗੀ ਗੱਲ ਸੀ ਇਹ ਇੱਥੇ ਵਿਜ਼ਿਟ ਨਾ ਕਰਦੀ, ਤੇ ਸਟੇਟਮੈਂਟ ਉਹਨਾਂ ਦੀ ਇਸ ਵੇਲੇ ਸਾਹਮਣੇ ਆਈ ਆ। ਤੇ ਇੱਥੇ ਇਹ ਵੀ ਜ਼ਿਕਰ ਚੱਲ ਰਿਹਾ ਕਿ ਜਿਸ ਤਰ੍ਹਾਂ ਦੀ ਇਹਨਾਂ ਦੀ ਥਿੰਕਿੰਗ ਆ ਜਾਂ ਕਿਸ ਤਰ੍ਹਾਂ ਇਹਨਾਂ ਨੇ ਜਦੋਂ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਪ੍ਰਾਈਮ ਮਿਨਿਸਟਰ ਗਏ ਸੀ, ਉਹਨਾਂ ਦਾ ਵਿਰੋਧ ਕੀਤਾ ਸੀ। ਟਮਾਰਾ ਲਿਚ ਬਹੁਤ ਵੱਡੀ ਲੀਡਰ ਇਸ ਪ੍ਰੋਟੈਸਟ ਦੀ, ਉਹਦੀ ਵੀ ਫੋਟੋ ਇਹਦੇ ਨਾਲ ਸਾਹਮਣੇ ਆਈ। ਔਰ ਬੜੀਆਂ ਨਫ਼ਰਤ ਭਰੀਆਂ ਸਪੀਚਸ ਉਹਨੇ ਉਸ ਵੇਲੇ ਦਿੱਤੀਆਂ ਸੀ ਫਰੀडम ਕਨਵੋਏ ਦੇ ਵਿੱਚ। ਔਰ ਵੱਡੇ ਵਰਗ ਨੇ, ਇੱਕ ਕੈਨੇਡਾ ਦੇ ਨੇ, ਇਹ ਸਾਰੇ ਕੁਛ ਦਾ ਵਿਰੋਧ ਕੀਤਾ ਸੀ ਕਿ ਇਹ ਨਹੀਂ ਹੋਣਾ ਚਾਹੀਦਾ। ਮੌਰਗੇਜ ਲੈਣੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਮੁਸ਼ਕਿਲ ਗੱਲ ਹੁੰਦੀ ਹੈ। ਇਹਦੇ ਲਈ ਐਲੀਜੀਬਲ ਹੋਣ ਦੇ ਲਈ ਕਈ ਕੁਛ ਵਿਅਕਤੀ ਨੂੰ ਕਰਨਾ ਪੈਂਦਾ, ਇੱਕ ਸੈੱਟ ਇਨਕਮ ਦੱਸਣੀ ਪੈਂਦੀ ਆ ਤੇ ਉਹਦੇ ਹਿਸਾਬ ਨਾਲ ਫਿਰ ਬੈਂਕ ਉਹਨੂੰ ਲੋਨ ਦਿੰਦੀ ਆ ਤੇ ਬੰਦਾ ਆਪਣਾ ਕਰ ਲੈਂਦਾ। ਕਈ ਲੋਕ ਇੱਦਾਂ ਸਮਝਦੇ ਆ ਕਿ ਇਹ ਜਿਹੜਾ ਮੌਰਗੇਜ ਲੈਣਾ ਆ ਬਜਾਏ ਇਹਦੇ ਕਿ ਤੁਹਾਡੀ ਇੱਕ ਇਨਕਮ ਹੋਵੇ, ਵੀ ਜੇ ਤੁਹਾਡੀ $1,00,000 ਇਨਕਮ ਆ ਤਾਂ ਤੁਹਾਨੂੰ 5 ਲੱਖ ਦਾ ਲੋਨ ਮਿਲ ਸਕਦਾ, 2 ਲੱਖ ਆ ਤਾਂ ਤੁਹਾਨੂੰ ਇੰਨਾ ਮਿਲ ਸਕਦਾ। ਉਹ ਸਾਰੇ ਹਿਸਾਬ ਕਿਤਾਬ ਤੁਹਾਡੇ ਤੇ ਪਹਿਲਾਂ ਕਿੰਨਾ ਕਰਜ਼ਾ ਆ, ਤੁਹਾਡੇ ਕਿੰਨੇ ਕ੍ਰੈਡਿਟ ਕਾਰਡ ਆ, ਲਾਈਨ ਆਫ ਕ੍ਰੈਡਿਟ ਕੀ ਆ, ਤੁਹਾਡੀ ਕਾਰ ਦੀ ਪੇਮੈਂਟ ਕਿੰਨੀ ਜਾਂਦੀ ਆ, ਉਹ ਸਾਰੇ ਖਰਚਿਆਂ ਦੇ ਹਿਸਾਬ ਨਾਲ ਬੈਂਕ ਹਰ ਇੱਕ ਵਿਅਕਤੀ ਨੂੰ ਇੱਕ ਅਮਾਊਂਟ ਦੱਸਦੀ ਆ ਕਿ ਤੁਸੀਂ ਇੰਨੀ ਮੌਰਗੇਜ ਲੈ ਸਕਦੇ ਆ ਜਾਂ ਇਹਦੇ ਲਈ ਐਲੀਜੀਬਲ। ਕਈ ਵਾਰੀ ਇੱਦਾਂ ਹੁੰਦਾ ਬੰਦਾ ਘਰ ਲੈਣਾ ਚਾਹੁੰਦਾ ਪਰ ਉਹਦੇ ਲਈ ਐਲੀਜੀਬਲ ਨਹੀਂ ਹੁੰਦਾ, ਜਾਂ ਇੱਦਾਂ ਕਹਿ ਲਓ ਕਿ ਇਹ ਬੈਂਕ ਕਈ ਕੁਛ ਦੇਖਦੀ ਆ। ਅੱਜ ਤੁਹਾਡੇ ਕੋਲੇ ਪੈਸੇ ਹੈਗੇ ਆ, ਤੁਹਾਨੂੰ ਬੈਂਕ ਮੌਰਗੇਜ ਦੇ ਦੂਗੀ, ਜ਼ਰੂਰੀ ਨਹੀਂ। ਤੁਹਾਡਾ ਰੈਕਡ ਚਾਹੀਦਾ, ਪਿੱਛੋਂ ਤੁਹਾਡਾ ਕ੍ਰੈਡਿਟ ਸਕੋਰ ਚਾਹੀਦਾ। ਜੇ ਉਹ ਨਹੀਂ ਪੂਰਾ ਹੁੰਦਾ ਬੈਂਕ ਤੁਹਾਨੂੰ ਲੋਨ ਨਹੀਂ ਦਿੰਦੀ। ਕਈ ਵਾਰੀ ਲੋਕਾਂ ਦੇ ਕੋਲ ਪਰੋਖੋਂ ਹੁੰਦੀ ਆ ਕਿ ਅਸੀਂ ਦੇ ਸਕਦੇ ਹਾਂ, ਪੇ ਕਰ ਸਕਦੇ ਹਾਂ ਕਿਸ਼ਤ, ਪਰ ਸਾਨੂੰ ਮੌਰਗੇਜ ਇੱਕ ਵਾਰੀ ਮਿਲ ਜਾਵੇ, ਕਿਸ਼ਤ ਅਸੀਂ ਦੇਈ ਜਾਵਾਂਗੇ। ਉਹ ਲੋਕ ਕੀ ਕਰਦੇ ਆ, ਗਲਤ ਤਰੀਕੇ ਨਾਲ ਮੌਰਗੇਜ ਲੈਂਦੇ ਆ, ਜਾਂ ਇੱਦਾਂ ਕਹਿ ਲਓ ਕਿ ਮੌਰਗੇਜ ਫਰਾਡ ਕਰ ਲੈਂਦੇ ਆ। ਵੀ ਜਿੰਨੀ ਤੁਹਾਡੀ ਇਨਕਮ ਆ, ਬੈਂਕ ਕਹਿੰਦਾ ਕਿ ਜੇ ਤੁਹਾਡੀ $1.5 ਲੱਖ ਸਾਲ ਦੀ ਇਨਕਮ ਹੋਊਗੀ ਤਾਂ ਤੁਹਾਨੂੰ ਅਸੀਂ ਆ 6-7 ਲੱਖ ਦਾ ਲੋਨ ਦੇ ਸਕਦੇ ਹਾਂ, ਮੰਨ ਲਓ। ਤਾਂ ਉਹ ਵਿਅਕਤੀ ਕੀ ਕਰਦਾ ਫਿਰ, ਕਿਸੇ ਗਲਤ ਤਰੀਕੇ ਨਾਲ ਪੇਪਰ ਬਣਾ ਕੇ ਬੈਂਕ ਨੂੰ ਇਹ ਸ਼ੋਅ ਕਰ ਦਿੰਦਾ ਕਿ ਜੀ ਦੇਖੋ ਮੈਨੂੰ $1.5 ਲੱਖ ਆਮਦਨ ਸਾਲ ਦੀ ਆਮਦਨ ਹੈਗੀ ਆ, $1.5 ਲੱਖ, ਤੇ ਤੁਸੀਂ ਮੈਨੂੰ ਮੌਰਗੇਜ ਦੇ ਦਿਓ। ਕਈ ਲੋਕਾਂ ਨੇ ਦੱਸਦੇ ਆ ਇਸ ਤਰੀਕੇ ਨਾਲ ਮੌਰਗੇਜ ਲਈ ਵੀ ਆ, ਮੌਰਗੇਜ ਫਰਾਡ ਕੀਤੇ ਜਾਂਦੇ ਆ। ਤੇ ਬੈਂਕ ਆਮ ਤੌਰ 'ਤੇ ਜੇਕਰ ਉਹਦੀ ਪੇਮੈਂਟ ਮਹੀਨਾ ਬਾਅਦ ਆਈ ਜਾਂਦੀ ਆ ਤਾਂ ਉਹ ਇਸ ਗੱਲ ਦੇ ਬਾਰੇ ਬੌਦਰ ਨਹੀਂ ਕਰਦਾ ਕਿ ਇਹਦੀ ਮੌਰਗੇਜ ਕਿੱਦਾਂ ਲਈ ਸੀ। ਹੁਣ ਇਹ ਗੱਲ ਕਿੰਨੀ ਕੁ ਸੱਚੀ ਹੈ, ਇਹਦੇ ਬਾਰੇ ਕਈ ਰਿਪੋਰਟਾਂ ਪਹਿਲਾਂ ਸਾਹਮਣੇ ਆਈਆਂ। ਇੱਕ ਹੁਣ ਇਹਨਾਂ ਨੇ ਸਰਚ ਕੀਤੀ ਆ, ਜਾਂ ਕਹਿ ਲਓ ਬਲੂਮਬਰਗ ਨੇ ਜਿਹੜੀ ਸਰਵੇ ਕੀਤਾ ਆ, ਉਹ ਸਰਵੇ ਦੇ ਵਿੱਚ ਉਹਨਾਂ ਨੇ ਅੰਦਾਜ਼ਾ ਲਾਇਆ ਵੀ ਪਹਿਲਾਂ ਕੈਨੇਡਾ 'ਚ ਰਹਿੰਦੇ ਲੋਕਾਂ ਨੂੰ ਪੁੱਛੀਏ ਤਾਂ ਸਹੀ ਵੀ ਤੁਸੀਂ ਸੋਚਦੇ ਕੀ ਆ ਇਹਦੇ ਬਾਰੇ। ਉਹਨਾਂ ਨੇ 1521 ਜਣਿਆਂ ਨੂੰ ਕੈਨੇਡਾ ਦੇ ਵਿੱਚ 18 ਸਾਲਾਂ ਤੋਂ ਉੱਪਰ ਉਮਰ ਵਾਲਿਆਂ ਨੂੰ ਸਰਵੇ ਕੀਤਾ, ਤੇ ਉਹ ਸਰਵੇ ਦੇ ਵਿੱਚੋਂ ਲੋਕ ਕਹਿੰਦੇ ਵੀ ਸਾਨੂੰ ਪਤਾ ਆ ਇੱਦਾਂ ਹੁੰਦਾ ਆ ਕਿ ਮੌਰਗੇਜ ਫਰਾਡ ਕਈ ਤਰੀਕੇ ਨਾਲ ਹੁੰਦਾ ਆ, ਤੇ ਕਈ ਉਹਦੇ ਵਿੱਚੋਂ ਇਸ ਗੱਲ ਲਈ ਰਾਜੀ ਵੀ ਆ ਜਾਂ ਇੱਦਾਂ ਸਮਝਦੇ ਆ ਕੈਨੇਡਾ ਦੇ ਵਿੱਚ ਰਹਿਣ ਵਾਲੇ। ਇਸ ਸਰਵੇ ਦੇ ਵਿੱਚ ਇਹ ਗੱਲਬਾਤ ਸਾਹਮਣੇ ਆਈ ਆ ਕਿ ਕੋਈ ਮਾੜੀ ਗੱਲ ਨਹੀਂ, ਜੇ ਮੌਰਗੇਜ ਫਰਾਡ ਕਰਨਾ ਵੀ ਪੈਂਦਾ ਮੌਰਗੇਜ ਲੈਣ ਲਈ ਤੇ ਕਰ ਲੈਣਾ ਚਾਹੀਦਾ। ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀ ਵਾਲੀ ਗੱਲ ਆ। ਮੌਰਗੇਜ ਫਰਾਡ ਹੁੰਦਾ ਕਈ ਤਰੀਕੇ ਦੇ ਨਾਲ ਆ, ਜਾਂ ਤਾਂ ਤੁਸੀਂ ਆਪਣੀ ਪਾਰਟ ਟਾਈਮ ਜਾਂ ਕੰਟਰੈਕਟ ਜਿਹੜਾ ਰੋਲ ਆ ਉਹਨੂੰ ਗਲਤ ਦੱਸ ਦਿੰਦੇ ਆ, ਜਾਂ ਤੁਸੀਂ ਫੁੱਲ ਟਾਈਮ ਗਲਤ ਦੱਸਦੇ ਆ ਤੇ ਉਹਨੂੰ ਮਤਲਬ ਸੋਰਸ ਤੁਹਾਡੇ ਜਿਹੜੇ ਡਾਊਨ ਪੇਮੈਂਟ ਦੇ ਸੋਰਸ, ਕਿਉਂਕਿ ਮੰਨ ਲਓ ਤੁਸੀਂ ਘਰ ਲੈਣਾ 5 ਲੱਖ ਦਾ, $1,00,000 ਤੁਹਾਨੂੰ ਪਹਿਲਾਂ ਦੇਣਾ ਪੈ ਰਿਹਾ, ਤੇ ਉਹ $1,00,000 ਕਿੱਥੋਂ ਆਇਆ, ਬੈਂਕ ਨੇ ਉਹ ਵੀ ਹਿਸਾਬ ਕਿਤਾਬ ਪੁੱਛਣਾ ਵੀ ਤੁਹਾਡੇ ਕੋਲ ਇਹ $1,00,000 ਕਿੱਥੋਂ ਆਇਆ, ਇਹਦਾ ਸੋਰਸ ਕੀ ਆ। ਇੱਦਾਂ ਨਹੀਂ ਕਿ ਤੁਸੀਂ ਉਹ $1,00,000 ਕਿਸੇ ਤੋਂ ਉਧਾਰਾ ਫੜ ਕੇ ਤੇ ਬੈਂਕ ਨੂੰ ਦੇ ਦਿਓ, ਉਹ ਵੀ ਇੱਕ ਕਰਜ਼ਾ ਮੰਨਿਆ ਜਾਂਦਾ। ਹੁਣ ਉਹਦੇ 'ਚ ਕਈ ਝੂਠ ਬੋਲ ਜਾਂਦੇ ਆ, ਮਤਲਬ ਕਈ ਤਰੀਕੇ ਦੇ ਇਹਦੇ ਵਿੱਚ ਫਰਾਡ ਹੋ ਸਕਦੇ ਆ। ਸਰਵੇ ਦੇ ਵਿੱਚ ਇਹ ਪਤਾ ਲੱਗਾ ਕਿ 70% ਕੈਨੇਡੀਅਨ ਜਿਹੜੇ ਕਹਿੰਦੇ ਆ ਕਿ ਇਹ ਮਤਲਬ ਮੈਜੋਰਿਟੀ ਇਹ ਕਹਿ ਰਹੀ ਕਿ ਐਕਸੈਪਟੇਬਲ ਨਹੀਂ, ਇੱਦਾਂ ਨਹੀਂ ਹੋਣਾ ਚਾਹੀਦਾ। ਤੇ ਪਰ ਇਹਦੇ ਵਿੱਚ ਮਾਮਲਾ ਜਿਹੜਾ ਸਭ ਤੋਂ ਜ਼ਿਆਦਾ ਸਾਹਮਣੇ ਆਇਆ ਕਿ 18% ਕਹਿੰਦੇ ਆ ਕਿ ਜਿਹੜਾ
ਕਿਸੇ ਦੇ ਇੰਪਲੋਇਮੈਂਟ ਨੂੰ ਜਾਂ ਦੂਜੀ ਚੀਜ਼ ਨੂੰ ਮਿਸ ਰਿਪਰੈਜ਼ੈਂਟ ਕਰਨਾ ਠੀਕ ਹੈ। 47% ਰਿਸਪੋਂਡੈਂਟ ਇਹ ਫੀਲ ਕਰਦੇ ਆ ਕਿ ਮੌਰਗੇਜ ਫਰਾਡ ਕੈਨੇਡਾ ਦੇ ਵਿੱਚ ਕਾਮਨ ਆ। 47% ਮਤਲਬ ਲਗਭਗ ਅੱਧੇ ਲੋਕ ਕੈਨੇਡਾ 'ਚ ਇਹ ਮੰਨਦੇ ਆ ਕਿ ਮੌਰਗੇਜ ਫਰਾਡ ਹੁੰਦਾ ਆ, ਜਦੋਂ ਕਿ 12% ਉਹਦੇ ਵਿੱਚੋਂ ਇਹ ਕਹਿੰਦੇ ਵੀ ਇਹ ਤੇ ਬਹੁਤ ਜ਼ਿਆਦਾ ਹੁੰਦਾ, ਤੁਹਾਨੂੰ ਪਤਾ ਹੀ ਨਹੀਂ ਇਸ ਗੱਲ ਦਾ। ਤੇ ਦੂਜਾ ਇਸ਼ੂ ਆ ਜਿਹੜਾ ਮੌਰਗੇਜ ਫਰਾਡ ਦਾ ਕੈਨੇਡਾ ਦੇ ਵਿੱਚ ਇੱਕ ਵੱਡੀ ਪ੍ਰੋਬਲਮ ਆ। ਇਕੁਇਫੈਕਸ ਨੇ ਇਹ ਕਿਹਾ ਸੀ ਕਿ 52% ਵਾਧਾ ਹੋਇਆ ਮੌਰਗੇਜ ਫਰਾਡ ਦੇ ਵਿੱਚ 2013 ਤੋਂ। ਜਿਹੜੀ ਕ੍ਰੈਡਿਟ ਨੂੰ ਚੈੱਕ ਕਰਨ ਵਾਲੀਆਂ ਇਹ ਕੰਪਨੀਆਂ ਇਕੁਇਫੈਕਸ, ਇਹਨੇ ਦੱਸਿਆ ਸੀ ਵੀ 52% ਵਾਧਾ ਇਸ ਫਰਾਡ ਦੇ ਵਿੱਚ ਹੋਇਆ। ਹੁਣ ਚਿੰਤਾ ਵਾਲੀ ਗੱਲ ਇਹ ਆ ਕਿ ਜਿਹੜੇ ਲੋਕ ਇਸ ਚੀਜ਼ ਨੂੰ ਮਤਲਬ ਕਈ ਇੱਕ ਵੱਡੀ ਪਰਸੈਂਟੇਜ ਇਸ ਗੱਲ ਦੇ ਲਈ ਸਹਿਮਤ ਹੋ ਰਹੀ ਆ ਕਿ ਅਸੀਂ ਮਤਲਬ ਕਰ ਲੈਣਾ ਚਾਹੀਦਾ ਜੇ ਮੌਰਗੇਜ ਫਰਾਡ ਕਰਨਾ ਪਵੇ, ਤਾਂ ਇਹ ਇੱਕ ਵੱਡੀ ਚਿੰਤਾ ਵਾਲੀ ਗੱਲ ਦੱਸੀ ਜਾ ਰਹੀ ਹੈ। ਸੋ ਇੱਕ ਵੱਡੀ ਚਿੰਤਾ ਵਾਲੀ ਗੱਲ ਕਿ ਮੌਰਗੇਜ ਫਰਾਡ ਦਾ ਹੋਣਾ, ਲੋਕਾਂ ਦਾ ਮੰਨਣਾ, ਤੇ ਇਹਦੇ ਵਿੱਚੋਂ ਇੱਕ ਪਰਸੈਂਟੇਜ ਦਾ ਤਿਆਰ ਹੋ ਜਾਣਾ ਵੀ ਜੇ ਕਰ ਹੁੰਦਾ ਹੋਵੇ ਤਾਂ ਕਰ ਲੈਣਾ ਚਾਹੀਦਾ, ਕਰ ਲੈ ਲੈਣਾ ਚਾਹੀਦਾ ਫਰਾਡ ਕਰਕੇ। ਇਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਚਿੰਤਾ ਵਾਲੀ ਗੱਲ ਦੱਸੀ ਜਾ ਰਹੀ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।